ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਿੱਖ ਮਿਸ਼ਨਰੀ ਕਾਲਜ ਵੱਲੋਂ ਰੋਜ਼ਾਨਾ ਲੱਗ ਰਹੇ ਗੁਰਮਤਿ ਕਲਾਸ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਹੀ ਵੀਰਾਂ ਭੈਣਾਂ ਨੂੰ ਜੀ ਆਇਆਂ। ਅੱਜ ਦੀ ਕਲਾਸ ਦਾ ਜੋ ਵਿਸ਼ਾ ਸਾਡਾ ਹੈ ਉਹ ਭਗਤ ਬਾਣੀ ਵਿੱਚੋਂ ਸ਼ਬਦ ਵਿਚਾਰ, ਜਿਹੜੇ ਕੁਝ ਔਖੇ ਸ਼ਬਦ ਹਨ ਜਾਂ ਜਿਨ੍ਹਾਂ ਦੇ ਸਮਝਣ ਵਿੱਚ ਥੋੜੀ ਜਿਹੀ ਮੁਸ਼ਕਲ ਆਉਂਦੀ ਹੈ, ਉਹਨਾਂ ਸ਼ਬਦਾਂ ਦੀ ਚੋਣ ਕਰਕੇ ਲੜੀਵਾਰ ਵਿਚਾਰ ਅਸੀਂ ਆਰੰਭ ਕੀਤੀ ਹੈ। ਪਿਛਲੇ ਹਫ਼ਤੇ ਵੀਰ ਐਮ ਪੀ ਸਿੰਘ ਜੀ ਨੇ ਸ਼ਬਦ ਦੀ ਵਿਚਾਰ ਕੀਤੀ ਸੀ। ਅੱਜ ਵੀਰ ਰਾਜਾ ਸਿੰਘ ਜੀ ਸ਼ਬਦ ਰੇ ਨਾਰ ਗਰਭ ਕੁੰਡਲ ਜਬ ਆਸ਼ਤ ਉਰਤ ਧਿਆਨ ਲਿਵ ਲਾਗਾ, ਇਸ ਸ਼ਬਦ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰ ਰਹੇ ਹਨ। ਮੈਂ ਵੀਰ ਰਾਜਾ ਸਿੰਘ ਜੀ ਨੂੰ ਬੇਨਤੀ ਕਰ ਰਿਹਾ ਹਾਂ ਕਿ ਅੱਜ ਦੀ ਵਿਚਾਰ ਆਰੰਭ ਕਰਨ। ਵੀਰ ਰਾਜਾ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਅੱਜ ਜਿਸ ਸ਼ਬਦ ਦੀ ਆਪਾਂ ਵਿਚਾਰ ਸਾਂਝੀ ਕਰਨੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪੰਨਾ 93 ਤੇ ਸੁਸ਼ੋਭਿਤ ਹੈ। ਔਰ ਜਿਹੜਾ ਸ਼ਬਦ ਹੈ ਇਹ ਲਿਖਿਆ ਭਗਤ ਬੇਣੀ ਜੀ ਦਾ। ਭਗਤ ਬੇਣੀ ਜੀ ਦੇ ਕੁੱਲ 3 ਸ਼ਬਦ ਨੇ ਗੁਰੂ ਗ੍ਰੰਥ ਸਾਹਿਬ 'ਚ। ਇੱਕ ਜਿਹਦੀ ਵਿਚਾਰ ਹੁਣ ਆਪਾਂ ਕਰਨ ਲੱਗੇ ਹਾਂ ਸ੍ਰੀ ਰਾਗ, ਇੱਕ ਰਾਮਕਲੀ ਰਾਗ ਵਿੱਚ, ਇੱਕ ਪ੍ਰਭਾਤੀ ਰਾਗ ਵਿੱਚ। ਕੇਵਲ 3 ਸ਼ਬਦ ਨੇ ਭਗਤ ਜੀ ਦੇ। ਔਰ ਜਿਹੜੇ 15 ਮਹਾਂਪੁਰਖਾਂ ਦੀ ਬਾਣੀ ਸ੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਵੇਲੇ ਸ਼ਮਿਲਤ ਕੀਤੀ, ਉਹਨਾਂ 'ਚ ਇੱਕ ਭਗਤ ਬੇਣੀ ਜੀ ਨੇ। ਜ਼ਰੂਰੀ ਗੱਲ ਹੈ ਕਿ ਇਹ ਬਾਣੀ ਜਿਹੜੀ ਹੈ ਗੁਰੂ ਨਾਨਕ ਸਾਹਿਬ ਜੀ ਨੇ ਇਕੱਤਰ ਕੀਤੀ ਹੋਏਗੀ ਤੇ ਆਪਣੀ ਉਸ ਵੇਲੇ ਆਖਿਆ ਜਾਂਦਾ ਸੀ ਪੋਥੀ ਸਾਹਿਬ, ਉਹਦੇ ਵਿੱਚ ਸ਼ਾਮਲ ਕਰਕੇ ਅੱਗੇ ਦੂਜੇ ਪਾਤਸ਼ਾਹ ਜੀ ਨੂੰ ਪਾਸ ਔਨ ਕੀਤੀ ਹੋਣੀ। ਤੋ ਦੇਖੋ, ਇਹ ਤਕਰੀਬਨ 5 ਸਦੀਆਂ ਦਾ ਸਮਾਂ ਹੋ ਗਿਆ। ਪਰ ਸਾਡੀ ਕਮਜ਼ੋਰੀ ਇਹ ਹੈ ਕਿ ਭਗਤ ਬੇਣੀ ਜੀ ਬਾਰੇ ਮੈਂ ਵੀ ਕੋਸ਼ਿਸ਼ ਕਰਦਾ ਰਿਹਾ, ਉਹਨਾਂ ਦੇ ਜੀਵਨ ਬਾਰੇ ਇੱਕ ਬਹੁਤੀ ਵਿਸਥਾਰ ਲੱਭਿਆ ਨਹੀਂ ਕਿ ਕਿੱਥੋਂ ਦੇ ਰਹਿਣ ਵਾਲੇ ਸਨ ਜਾਂ ਕੀ ਹੈ। ਤੋ ਇਹ ਇੱਕ ਮੈਂ ਸਮਝਾਂ ਕਿ ਸਾਡੇ ਪੱਖ ਤੇ ਬੜੀ ਭਾਰੀ ਕਮਜ਼ੋਰੀ ਹੈ ਵੀ ਜਿਸ ਮਹਾਂਪੁਰਖ ਦੀ ਬਾਣੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪ ਇਕੱਤਰ ਕਰਕੇ ਲਿਆਂਦੀ ਹੋਵੇ ਔਰ ਉਹਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਆਦਰ ਸਹਿਤ ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ ਸੁਸ਼ੋਭਿਤ ਕੀਤਾ ਹੋਵੇ। ਤੋ ਚਲੋ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ। ਆਪਾਂ ਸ਼ਬਦ ਵਿਚਾਰ ਚੱਲਦੇ। ਤੋ ਸਾਧ ਸੰਗਤ ਜੀ, ਇਹਦਾ ਜੋ ਸਿਰਲੇਖ ਰੱਖਿਆ ਅੱਜ ਦੇ ਵਿਚਾਰ ਦਾ, ਉਹ ਹੈ ਹੀਰੇ ਜੈਸਾ ਜਨਮ। ਆਪਾਂ ਸਭ ਨੂੰ ਪਤਾ ਹੈ ਕਿ ਜਿਹੜਾ ਜਨਮ ਸਾਨੂੰ ਮਿਲਿਆ ਹੈ, ਅਸੀਂ ਬਹੁਤ ਭਾਗਸ਼ਾਲੀ ਹਾਂ, ਕਿਉਂਕਿ ਇਹਨੂੰ ਦੁਰਲਭ ਜਨਮ ਬਾਣੀ 'ਚ ਵੀ ਕਿਹਾ। ਔਰ ਗਾਏ ਬਗਾਏ ਅਸੀਂ ਬਾਣੀ ਦੀ ਟੇਕ ਲੈ ਕੇ ਵਿਚਾਰਦੇ ਵੀ ਰਹਿੰਦੇ ਹਾਂ ਕਿ ਮਨੁੱਖਾ ਜਨਮ ਕਿੰਨਾ ਵਧੀਆ ਹੈ ਤੇ ਇਹਦਾ ਮਨੋਰਥ ਕੀ ਹੈ। ਤੋ ਹੀਰੇ ਜੈਸਾ ਜਨਮ ਹੈ ਤੇ ਜਨਮ ਤੇ ਵਾਕਈ ਹੀਰੇ ਵਰਗਾ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਅਸਲ ਗੱਲ ਤਾਂ ਇਹ ਦੇਖਣ ਦੀ ਹੈ ਕਿ ਆਇਆ ਇਸ ਹੀਰੇ ਨੂੰ ਆਪਾਂ ਕਿਸ ਤਰ੍ਹਾਂ ਵਰਤਿਆ ਜਾਂ ਕਿਸ ਤਰ੍ਹਾਂ ਨਹੀਂ ਵਰਤਿਆ। ਹਰੇਕ ਮਨੁੱਖ ਨੇ ਇਹ ਸੋਚਣਾ ਕਿ ਮਿਲਿਆ ਤੇ ਮੈਨੂੰ ਮਨੁੱਖਾ ਜਨਮ ਹੀਰਾ, ਤੇ ਆਇਆ ਇਸ ਜਨਮ 'ਚ ਰਹਿੰਦਿਆਂ ਮੈਂ ਹੀਰਿਆਂ ਦੀ ਕਮਾਈ ਕੀਤੀ ਹੈ ਜਾਂ ਕੌਡੀਆਂ ਦੀ ਕਮਾਈ ਕੀਤੀ।
ਬਸ ਇਸ ਚੀਜ਼ ਨੂੰ ਮੁੱਖ ਰੱਖ ਕੇ ਇਹ ਜਿਹੜਾ ਸ਼ਬਦ ਹੈ ਸਾਧ ਸੰਗਤ ਜੀ, ਇਹ ਆਪਾਂ ਵਿਚਾਰ ਕਰਨੀ ਹੈ। ਤਾਂ ਆਓ ਪਹਿਲਾਂ ਸ਼ਬਦ ਦਾ ਪਾਠ ਕਰ ਲੈਂਦੇ ਹਾਂ। ਸ੍ਰੀ ਰਾਗ ਬਾਣੀ ਭਗਤ ਬੇਣੀ ਜੀਓ ਕੀ, ਪਹਿਰਿਆਂ ਕੈ ਘਰ ਗਾਵਣ, ਇਕ ਓੰਕਾਰ ਸਤਿਗੁਰ ਪ੍ਰਸਾਦ। ਰੇ ਨਰ ਗਰਭ ਕੁੰਡਲ ਜਬ ਆਛਤ, ਉਰਦ ਧਿਆਨ ਲਿਵ ਲਾਗਾ। ਮ੍ਰਿਤਕ ਪਿੰਡ ਪਦ ਮਦ ਨਾ ਅਹਨਸ, ਏਕ ਅਗਿਆਨ ਸੋ ਨਾਗਾ। ਤੇ ਦਿਨ ਸੰਮਲ ਕਸ਼ਟ ਮਹਾ ਦੁਖ, ਅਬ ਚਿਤ ਅਦਕ ਪਸਾਰਿਆ। ਗਰਭ ਛੋੜ ਮਿਰਤ ਮੰਡਲ ਆਇਆ, ਤੋ ਨਰਹਰ ਮਨੋ ਬਿਸਾਰਿਆ। ਫਿਰ ਪਛਤਾਵੇਂਗਾ ਮੂੜਿਆ, ਤੂੰ ਕਵਨ ਕੁਮਤ ਭਰਮ ਲਾਗਾ। ਚੇਤ ਰਾਮ ਨਾਹੀ ਜੰਪੁਰ ਜਾਏਗਾ, ਜਨ ਵਿਚਰੈ ਅਨਰਾਧਾ ਰਹਾਉ। ਬਾਲ ਬਿਨੋਦ ਚਿੰਦ ਰਸ ਲਾਗਾ, ਖਿਨ ਖਿਨ ਮੋਹ ਵਿਆਪੈ। ਰਸ ਮਿਸ ਮੇਦ ਅੰਮ੍ਰਿਤ ਬਿਖ ਚਾਖੀ, ਤੋ ਪੰਚ ਪ੍ਰਗਟ ਸੰਤਾਪੈ। ਜਪ ਤਪ ਸੰਜਮ ਛੋੜ ਸੁਕ੍ਰਿਤ ਪਤ, ਰਾਮ ਨਾਮ ਨਾ ਆਰਾਧਿਆ। ਉਛਰਿਆ ਕਾਮ ਕਾਲ ਮਤ ਲਾਗੀ, ਤੋ ਆਨ ਸ਼ਕਤ ਗਲ ਬਾਂਧਿਆ। ਤਰੁਣ ਤੇਜ ਪਰ ਤ੍ਰੇ ਮੁਖ ਜੋ ਹੈ, ਸਰਪ ਸਰ ਨਾ ਪਛਾਣਿਆ। ਉਨਮਤ ਕਾਮ ਮਹਾ ਬਿਖ ਭੂਲੇ, ਪਾਪ ਪੁੰਨ ਨਾ ਪਛਾਨਿਆ। ਸੁਤ ਸੰਪਤ ਦੇਖ ਏ ਮਨ ਗਰਬਿਆ, ਰਾਮ ਹਿਰਦੈ ਤੇ ਖੋਇਆ। ਅਵਰ ਮਰਤ ਮਾਇਆ ਮਨ ਤੋਲੇ, ਤੋ ਭਗ ਮੁਖ ਜਨਮ ਵਿਗੋਇਆ। ਕੁੰਡਲ ਕੇਸ ਕੁਸਮ ਤੇ ਤੋਲੇ, ਸਬਤ ਪਾਤਾਲ ਕੀ ਬਾਣੀ। ਲੋਚਨ ਸਮੈ ਬੁੱਧ ਬਲ ਨਾਠੀ, ਤਾਂ ਕਾਮ ਪਵਸ ਮਾਧਾਣੀ। ਤਾਂ ਤੇ ਬਿਖੈ ਭਈ ਮਤ ਪਾਵਸ, ਕਾਇਆ ਕਮਲ ਕੁਮਲਾਣ। ਅਵਗਤ ਬਾਣ ਛੋੜ ਮਿਰਤ ਮੰਡਲ, ਤੋ ਪਾਛੈ ਪਛਤਾਣਾ। ਨਿਕਟੀ ਦੇਹ ਦੇਖ ਤੁਨ ਉਪਜੈ, ਮਾਨ ਕਰਤ ਨਹੀਂ ਬੂਝੈ। ਲਾਲਚ ਕਰੈ ਜੀਵਨ ਪਦ ਕਾਰਨ, ਲੋਚਨ ਕਛੂ ਨ ਸੂਝੈ। ਥਾਕਾ ਤੇਜ ਉੜਿਆ ਮਨ ਪੰਖੀ, ਕਰ ਆਂਗਨ ਨ ਸੁਖਾਈ। ਬੇਣੀ ਕਹਿ ਸੁਨੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਸਾਧ ਸੰਗਤ ਜੀ, ਸ਼ਬਦ ਥੋੜਾ ਲੰਬਾ ਹੈ, ਪਰ ਮੈਂ ਬੇਨਤੀ ਕਰਦੇ ਹਾਂ ਕਿ ਇਸ ਸ਼ਬਦ ਵਿੱਚ ਕੁਝ ਇੱਕ ਸ਼ਬਦ ਜਿਹੜੇ ਨੇ ਉਹ ਦੂਜੀਆਂ ਬੋਲੀਆਂ ਦੇ, ਜਾਂ ਜਿਸ ਤਰ੍ਹਾਂ ਬੋਲੀ ਕੋਈ ਵੀ ਹੋਵੇ ਉਹ ਸਮੇਂ-ਸਮੇਂ ਉਹਦੇ 'ਚ ਤਬਦੀਲੀ ਆਉਂਦੀ ਰਹਿੰਦੀ ਹੈ। ਤਾਂ ਉਸ ਕਾਰਨ ਕਈ ਐਸੇ ਵਿੱਚ ਸ਼ਬਦ ਆਉਣਗੇ ਜਿਹੜੇ ਥੋੜ੍ਹੇ ਜਿਹੇ ਸਾਨੂੰ ਧਿਆਨ ਨਾਲ ਸੋਚਣ ਦੀ ਲੋੜ ਹੈ, ਸਮਝਣ ਦੀ ਲੋੜ ਹੈ। ਤੋ ਸਿਰਲੇਖ 'ਚ ਲਿਖਿਆ ਪੈ ਰਿਹਾ ਕਿ ਕਰ ਗਾਵਣਾ। ਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 4 ਸ਼ਬਦ ਨੇ ਇਸੇ ਸ੍ਰੀ ਰਾਗ ਵਿੱਚ ਵੀ ਇਸ ਤੋਂ ਪਹਿਲਾਂ, ਜਿਨ੍ਹਾਂ ਦਾ ਸਿਰਲੇਖ ਹੈ ਪਹਿਰੇ। ਤੋ ਪਹਿਰੇ ਦਾ ਮਤਲਬ ਹੈ ਕਿ ਜੀਵਨ ਦੇ, ਆਪਾਂ ਕਹਿ ਦਈਏ ਬਲੌਕ ਆਫ ਆਵਰ ਲਾਈਫ, ਜੀਵਨ ਦੇ ਹਿੱਸੇ ਕੀਤੇ ਨੇ। ਆਮ ਤੌਰ ਤੇ ਗੱਲ ਚੱਲਦੀ ਹੈ ਵੀ ਬਾਲ, ਜਵਾਨੀ ਤੇ ਬਿਰਧ, 3 ਅਵਸਥਾ ਦੀ ਗੱਲ ਹੈ। ਪਰ ਇਹ ਜਿਹੜੇ ਪਹਿਰਿਆਂ ਦੇ 4 ਸ਼ਬਦ ਨੇ, ਇਹਨਾਂ ਵਿੱਚ 4 ਪਹਿਰ ਨੇ। ਭਾਵ ਇਹ ਹੈ ਕਿ ਅੱਗੇ ਆਮ ਤੌਰ ਤੇ ਅਸੀਂ ਪੜ੍ਹਦੇ ਹਾਂ ਬਚਪਨ, ਜਵਾਨੀ ਤੇ ਬਜ਼ੁਰਗ, ਬਿਰਧ ਅਵਸਥਾ। ਪਰ ਇੱਥੇ ਬਚਪਨ ਤੋਂ ਪਹਿਲਾਂ ਭਾਵ ਜਨਮ ਤੋਂ ਪਹਿਲਾਂ, ਜਿਸ ਵੇਲੇ ਮਾਤਾ ਦੇ ਗਰਭ 'ਚ ਹੈ, ਉਹਨੂੰ ਇੱਕ ਪਹਿਰਾ ਮੰਨ ਕੇ 4 ਪਹਿਰ ਕਿਹਾ। ਤੋ ਇਸ ਸ਼ਬਦ 'ਚ ਵੀ ਸਾਨੂੰ ਡਾਇਰੈਕਸ਼ਨ ਇਹੀ ਹੈ ਮਹਾਰਾਜ, ਜਿਸ ਵੇਲੇ ਸੰਪਾਦਨਾ ਹੋਈ ਹੈ ਕਿ ਇਸ ਸ਼ਬਦ ਨੂੰ ਪਹਿਰਿਆਂ ਕੇ ਕਰ ਗਾਵਣ। ਭਾਵ ਜਿਸ ਤਰ੍ਹਾਂ ਪਹਿਰਿਆਂ ਦੇ ਸ਼ਬਦ 4 ਨੇ, ਉਹਨਾਂ 'ਚ 2 ਸ਼ਬਦ ਗੁਰੂ ਨਾਨਕ ਪਾਤਸ਼ਾਹ ਜੀ ਦੇ, ਇੱਕ ਗੁਰੂ ਰਾਮਦਾਸ ਜੀ ਦਾ, ਔਰ ਇੱਕ ਪੰਚਮ ਪਾਤਸ਼ਾਹ ਜੀ ਦਾ। ਉਹ 4 ਸ਼ਬਦ ਨੇ ਜਿਨ੍ਹਾਂ ਦਾ ਸਿਰਲੇਖ ਪਹਿਰੇ ਹੈ। ਤੋ ਉਸੇ ਤਰ੍ਹਾਂ ਇਹ ਗਾਉਣ ਦੀ ਹਦਾਇਤ। ਤੋ ਉਸ ਤੋਂ ਬਾਅਦ ਫਿਰ ਆਉਂਦਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਇਹ ਮੂਲ ਮੰਤਰ ਹੈ ਜੀ ਇਸ ਸ਼ੇਪ ਵਿੱਚ। ਤੋ ਉਸ ਤੋਂ ਬਾਅਦ ਜਿਹੜਾ ਸ਼ਬਦ ਹੈ ਉਹ ਸ਼ੁਰੂ ਹੁੰਦਾ ਹੈ। ਤੋ ਆਓ ਆਪਾਂ ਸ਼ਬਦ ਜਿਹੜਾ ਉਹਦੀ ਪ੍ਰਾਰੰਭਤਾ ਕਰਦੇ ਹਾਂ। ਤੋ ਪਹਿਲਾਂ ਆਪਾਂ ਜਿਹੜੀ ਰਹਾਉ ਦੀ ਤੁਕ ਹੈ, ਕਿਉਂਕਿ ਉਹਦੇ ਸ਼ਬਦ ਦਾ ਕੇਂਦਰੀ ਭਾਵ ਹੈ, ਉਹ ਕਰ ਲਈਏ। ਫਿਰ ਪਛਤਾਵੇਂਗਾ ਮੂੜਿਆ,
ਤੂੰ ਕਵਣ ਕੁਮਤ ਭਰਮ ਲੱਗ। ਮੂੜਾ ਹੁੰਦਾ ਜੀ ਮੂਰਖ, ਕਹਿੰਦੇ ਨੇ ਐ ਮੂਰਖਾ ਤੂੰ ਕਿਹੜੇ ਭਟਕਣਾ ਚ ਲੱਗਿਆ, ਤੂੰ ਕਵਨ ਕੁਮਤ ਭਰਮ ਲਾਗਾ। ਇੱਕ ਤੇ ਭਟਕਣਾ ਕਿਹੜੀ ਹੈ, ਕੁਮਤ ਭੈੜੀ ਮੱਤ ਵਾਲੀ ਭਟਕਣਾ, ਭਾਵ ਉਹ ਮੱਤ ਜਿਹੜੀ ਸਾਨੂੰ ਮਾੜੇ ਕੰਮਾਂ ਲਈ ਭਟਕਾਵੇ। ਦੇਖੋ ਭਟਕਣਾ ਤੇ ਵੈਸੇ ਚਲੋ ਭਟਕਣਾ ਹੁੰਦੀ, ਪਰ ਕਈ ਵਾਰੀ ਅਸੀਂ ਕਿਸੇ ਚੰਗੇ ਕੰਮ ਲਈ ਵੀ ਆਪਣਾ ਦੌੜ ਧੂਪ ਕਰਦੇ ਹਾਂ, ਪਰ ਕਈ ਵਾਰੀ ਮਾੜੇ ਕੰਮ ਲਈ ਕਰਦੇ ਹਾਂ। ਇੱਥੇ ਜਿਹੜਾ ਜ਼ਿਕਰ ਆਇਆ ਉਹ ਹੈ ਕੁਮਤ ਭਰਮ ਲਾਗਾ, ਭਾਵ ਖੋਟੀ ਮੱਤ ਦੇ ਪਿੱਛੇ ਲੱਗ ਕੇ ਤੂੰ ਜਿਹੜੀ ਭਟਕਣਾ ਚ ਪਿਆ ਹੈ, ਭਲਿਆ ਯਾਦ ਰੱਖੀ, ਫਿਰ ਪਛਤਾਵੇਂਗਾ, ਤੈਨੂੰ ਪਛਤਾਉਣਾ ਪਊਗਾ। ਕਿਉਂ? ਕਿਉਂਕਿ ਤੂੰ ਖੋਟੀ ਮੱਤ ਮਗਰ ਲੱਗ ਕੇ ਜਿਹੜੇ ਕੰਮ ਕਰ ਰਹੇ ਆ, ਇਹਨਾਂ ਦਾ ਰਿਜ਼ਲਟ, ਕਿਉਂਕਿ ਆਪਾਂ ਜੋ ਬੀਜਦੇ ਹਾਂ ਉਹ ਨਿਕਲਦਾ, ਰਿਜ਼ਲਟ ਬੜਾ ਮਾੜਾ ਨਿਕਲਣਾ ਹੀ। ਤੇ ਹੁਣ ਸਾਨੂੰ ਵਾਰਨਿੰਗ ਹੈ ਕਿ ਚੇਤ ਰਾਮ ਨਾਹੀਂ ਜੰਮਪੁਰ ਜਾਏਗਾ। ਯਾਦ ਰੱਖ ਕਿ ਪ੍ਰਭੂ ਨੂੰ ਯਾਦ ਰੱਖ, ਵਾਹਿਗੁਰੂ ਜੀ ਨੂੰ ਯਾਦ ਰੱਖ। ਚੇਤ ਰਾਮ, ਰਾਮ ਦੇ ਮਾਂ ਨੂੰ ਅੰਕੜ ਹੋਣ ਕਰਕੇ ਇਹ ਵਾਹਿਗੁਰੂ ਲਈ। ਚੇਤ ਰਾਮ ਨਾਹੀਂ ਜੰਮਪੁਰ ਜਾਏਗਾ, ਜਨ ਵਿਚਰੈ ਅਨਰਦ। ਕਹਿੰਦਾ ਤੂੰ ਦੇਖ ਲੈ, ਨਹੀਂ ਤੇ ਤੈਨੂੰ ਮੌਤ ਦਾ ਸਾਹਮਣਾ, ਇਹ ਹੈ ਆਤਮਿਕ ਮੌਤ, ਜਿਹੜੀ ਸਾਨੂੰ ਜੇ ਆਤਮਿਕ ਮੌਤ ਆਉਂਦੀ ਹੈ, ਗਰਭ ਗਾਏ ਤਕਰੀਬਨ ਰੋਜ਼ ਵਿਚਾਰ ਆਉਂਦੀ ਹੈ। ਇਹਨਾਂ ਬਾਰੇ ਆਪਾਂ ਵੱਖ-ਵੱਖ ਵਿਚਾਰਵਾਨਾਂ ਤੋਂ ਸਰਵਣ ਕਰਦੇ ਹਾਂ ਕਿ ਜਿਸ ਵੇਲੇ ਮਨੁੱਖ ਮਾੜਾ ਕੰਮ ਕਰਦਾ ਹੈ ਆਤਮਿਕ ਮੌਤ ਹੈ, ਚੰਗਾ ਕੰਮ ਕਰੇ ਤਾਂ ਆਤਮਿਕ ਜੀਵਨ। ਕਹਿੰਦੇ ਚੇਤ ਰਾਮ ਨਹੀਂ ਜੰਮਪੁਰ ਜਾਏਗਾ, ਜਨ ਵਿਚਰੈ ਅਨਰਾਧਾ। ਇਹ ਜਿਹੜਾ ਲਫ਼ਜ਼ ਜਨ ਹੈ ਨਾ ਜੀ, ਜੱਜਾ ਨੰਨੇ ਨੂੰ ਅੰਕੜ, ਇਹ ਜਨ ਅੱਖਰ ਦੇ ਕਈ ਅਰਥ ਨੇ, ਪਰ ਇੱਥੇ ਜਿਹੜਾ ਜਨ ਆਇਆ ਇਹ ਕਿਰਿਆ ਵਿਸ਼ੇਸ਼ਣ, ਜਨ ਕਿਰਿਆ ਵਿਸ਼ੇਸ਼ਣ ਹੈ। ਜੇ ਤੋਂ ਭਾਵ ਇਹ ਹੈ ਕਿ ਜਿਵੇਂ ਕਈ ਵਾਰ ਆਪਾਂ ਕਹਿੰਦੇ ਹਾਂ ਵੀ ਦੇਖ ਲਈ, ਨਹੀਂ ਤਾਂ ਏਦਾਂ ਹੋ ਜਾਣਾ, ਜੇ ਆ ਕਰਾਂਗੇ ਤਾਂ ਏਦਾਂ ਹੋ ਜਾਣਾ, ਉਹ ਹੈ ਕਿਰਿਆ ਵਿਸ਼ੇਸ਼ਣ ਕਿ ਚੇਤ ਰਾਮ ਨਾਹੀਂ ਜੰਮਪੁਰ ਜਾਏਗਾ, ਜਨ ਵਿਚਰੈ ਅਨਰਾਧਾ। ਕਹਿੰਦਾ ਤੂੰ ਦੇਖ ਮਤ, ਤੂੰ ਭੱਲੇ, ਤੂੰ ਕਰਦਾ ਕੀ ਪਿਆ, ਵਿਚਰੈ ਅਨਰਾਧਾ। ਅਨਰਾਧ ਹੁੰਦਾ ਅਮੋੜਪੁਣ, ਭਾਵ ਇਹ ਹੈ ਕਿ ਇਹ ਲਫ਼ਜ਼ ਅਮੋੜ ਮਾੜਿਆਂ ਕੰਮਾਂ ਲਈ ਵਰਤੇ ਜਾਂਦਾ। ਜੇ ਕੋਈ ਕਿਸੇ ਕੰਮ 'ਚ ਮਾੜਾ ਕੰਮ ਕਰਦਾ ਹੋਵੇ, ਉਹਨੂੰ ਹਟਾਇਆ ਜਾਏ ਹਟੇ ਨਾ, ਸਮਝਾਇਆ ਜਾਏ ਤੇ ਸਮਝੇ ਨਾ, ਅਸੀਂ ਕਹਿੰਦੇ ਬੜਾ ਅਮੋੜਪੁਣ, ਭਾਵ ਜਿਹੜਾ ਮੋੜ ਨਾ ਪਾਉਂਦਾ ਹੋਵੇ, ਮਾੜੇ ਪਾਸੇ ਤੋਂ ਮੋੜ ਪਾ ਕੇ ਚੰਗੇ ਪਾਸੇ ਨਾ ਆਵੇ, ਉਹਨੂੰ ਅਸੀਂ ਅਮੋੜਪੁਣਾ ਕਹਿੰਦੇ। ਇਹ ਲਫ਼ਜ਼ ਜਿਹੜਾ ਪਸ਼ੂਆਂ ਲਈ ਵਰਤਿਆ ਜਾਂਦਾ ਹੈ ਤੇ ਬੰਦਿਆਂ ਲਈ ਵੀ ਇੱਥੇ ਵਰਤਿਆ ਹੈ ਕਿ ਚੇਤ ਰਾਮ ਨਾਹੀਂ ਜੰਮਪੁਰ ਜਾਹੇਗਾ, ਜਨ ਵਿਚਰੈ ਅਨਰਾਧਾ। ਸੋ ਜਿਹੜਾ ਅਨਰਾਧਾ ਲਫ਼ਜ਼ ਹੈ, ਅਨਰਾਧ ਦਾ ਮਤਲਬ ਹੈ ਅਮੋੜਪੁਣਾ ਹੈ। ਤੋ ਇਸ ਅਮੋੜਪੁਣੇ ਦੇ ਕਾਰਨ ਤੂੰ ਆਪਣਾ ਜੀਵਨ ਨਸ਼ਟ ਕਰ ਲਵੇਂਗਾ। ਤੋ ਸਾਧ ਸੰਗਤ ਜੀ, ਇਹ ਹੈ ਰਹਾਉ ਦੀ ਤੁਕ। ਤੋ ਇਸ ਤੁਕ ਨੂੰ ਆਪਾਂ ਆਪਣੇ ਜ਼ਿਹਨ ਵਿੱਚ ਰੱਖ ਕੇ ਬਾਕੀ ਜਿਹੜੇ ਬੰਦ ਨੇ ਇਸ ਸ਼ਬਦ ਦੇ, ਉਹਨਾਂ ਦੀ ਆਪਾਂ ਵਿਚਾਰ ਕਰਨੀ ਹੈ। ਤੋ ਪਹਿਲਾ ਬੰਦ ਹੈ ਰੇ ਨਰ ਗਰਭ ਕੁੰਡਲ ਜਬ ਆਛਤ। ਇਹ ਸੰਬੋਧਨ ਕੀਤਾ, ਇਸ ਕਰਕੇ ਇਹਨੂੰ ਇਸੇ ਤਰ੍ਹਾਂ ਪੜ੍ਹਨਾ, ਰੇ ਨਰ ਗਰਭ ਕੁੰਡਲ ਜਬ ਆਛਤ। ਸਾਧ ਸੰਗਤ ਆਪਾਂ ਇਸ ਵੇਲੇ ਸਹਿਜ ਪਾਠ ਵੀ ਕਰੀਏ ਤੇ ਜਿਸ ਵੇਲੇ ਸੰਬੋਧਕ ਕੋਈ ਅੱਖਰ ਹੋਣ, ਉਹਨਾਂ ਨੂੰ ਅਗਰ ਇਸ ਤਰ੍ਹਾਂ ਪੜ੍ਹੀਏ ਤੇ ਜ਼ਿਆਦਾ ਸਾਨੂੰ ਚੰਗਾ ਲੱਗੇਗਾ, ਵਧੀਆ ਲੱਗੇਗਾ, ਸਮਝ ਵੀ ਆਏਗੀ। ਰੇ ਨਰ, ਅਸੀਂ ਕਿਸੇ ਨੂੰ ਆਵਾਜ਼ ਮਾਰਨੀ ਹੋਵੇ ਤੇ ਉਹਦਾ ਨਾਂ ਲੈ ਕੇ ਉਸ ਵਾਸਤੇ ਕੁਦਰਤੀ ਤੁਸੀਂ ਦੇਖ ਲਓ ਆਵਾਜ਼ ਮਾਰ ਕੇ ਉਸ ਵਾਸਤੇ ਠਹਿਰਨਾ ਪੈਂਦਾ, ਪੌਜ਼ ਦੇਣੇ, ਫਿਰ ਆਪਣੀ ਗੱਲ ਕਰਦੇ। ਇਸੇ ਤਰ੍ਹਾਂ ਰੇ ਨਰ ਭਾਵ ਆਪਣੇ ਮਨ ਨੂੰ ਆਵਾਜ਼ ਮਾਰ ਕੇ ਕਿਹਾ। ਗਰਭ ਕੁੰਡਲ ਜਬ ਆਛਤ, ਕਹਿੰਦੇ ਜਿਸ ਵੇਲੇ ਤੂੰ ਮਾਤਾ ਦੇ ਗਰਭ ਵਿੱਚ ਕੁੰਡਲ ਮਾਰ ਕੇ ਬੈਠਿਆ ਸਨ। ਰੇ ਨਰ ਗਰਭ ਕੁੰਡਲ ਜਬ ਆਛਤ, ਜਿਸ ਵੇਲੇ ਆਛਤ ਦਾ ਅਰਥ ਜਿਹੜਾ ਮੈਂ ਪਹਿਲੇ ਬੇਨਤੀ ਕੀਤੀ ਹੈ ਕਿ ਕੁਝ ਦੂਸਰੀਆਂ ਬੋਲੀਆਂ ਦੇ ਸ਼ਬਦ ਦੇ ਵਿੱਚ ਇਸ ਸ਼ਬਦ 'ਚ ਆਏ ਨੇ, ਤੋ ਉਹ ਇੱਥੇ ਇਸੇ ਤਰ੍ਹਾਂ ਇੱਕ ਅੱਖਰ ਜਿਹੜਾ ਆਛਤ ਹੈ, ਜਿਹੜਾ ਆਮ ਪੰਜਾਬੀ 'ਚ ਨਹੀਂ ਹੈ, ਦੂਜੀ ਬੋਲੀਆਂ 'ਚੋਂ ਆਇਆ ਹੈ। ਰੇ ਨਰ ਗਰਭ ਕੁੰਡਲ ਜਬ ਆਛਤ, ਗਰਭ ਦਾ ਮਤਲਬ ਮਾਤਾ ਦੇ ਗਰਭ ਵਿੱਚ, ਕੁੰਡਲ ਦਾ ਮਤਲਬ ਕੁੰਡਲ ਰੂਪ ਵਿੱਚ। ਆਪਾਂ ਕਈ ਵਾਰੀ ਪਿਕਚਰ ਜੀ ਦੇਖਦੀਆਂ ਇਹੋ ਜਿਹੀਆਂ ਸਾਹਮਣੇ ਆਉਂਦੀਆਂ ਨੇ ਕਿ ਉਹ ਜਿਸ ਵੇਲੇ ਇਸ ਬੱਚੇ ਦੀ ਸਿਰਜਣਾ ਹੁੰਦੀ ਹੈ ਤਾਂ ਮਾਤਾ ਦੇ ਗਰਭ ਵਿੱਚ ਕਿਹਾ ਜਾਂਦਾ ਵੀ ਉਹ ਕੁੰਡਲ ਦੀ ਨਿਆਈ ਔਰ ਪੁੱਠਾ ਲਟਕਿਆ ਹੁੰਦਾ। ਸੋ ਰੇ ਨਾਲ ਗਰਭ ਕੁੰਡਲ ਜਬ ਆਛਤ, ਕਹਿੰਦੇ ਜਿਸ ਵੇਲੇ ਤੂੰ ਮਾਤਾ ਦੇ ਗਰਭ ਵਿੱਚ
ਕੁੰਡਲ ਮਾਰ ਕੇ, ਕੁੰਡਲ ਹੁੰਦਾ ਗੁੱਛਾ ਜਿਹਾ ਬਣ ਕੇ, ਕੁੰਡਲ ਮਾਰ ਕੇ ਤੂੰ ਉਰਦ ਧਿਆਨ ਲਿਵ ਲਾ ਕੇ, ਜਿਸ ਵੇਲੇ ਕੁੰਡਲ ਮਾਰ ਕੇ ਬੈਠਾ ਸੈਂ, ਕਹਿੰਦੇ ਨੇ ਕੁੰਡਲ ਮਾਰਿਆ ਹੁੰਦਾ ਔਰ ਇਹਦੀ ਜਿਹੜੀ ਪੋਜੀਸ਼ਨ ਹੈ ਉਹ ਅਪਸਾਈਡ ਡਾਊਨ ਹੁੰਦੀ ਹੈ, ਭਾਵ ਸਿਰ ਥੱਲੇ ਹੁੰਦਾ। ਤੋ ਦੇਖੋ ਗੱਲ ਇਹ ਆ ਵੀ ਜੇ ਇਹਨੂੰ ਆਪਾਂ ਮਾੜਾ ਜਿਹਾ ਵਿਚਾਰੀਏ ਤਾਂ ਇਹ ਬੜਾ ਕਸ਼ਟਦਾਇਕ ਹੈ। ਜਿਸ ਵੇਲੇ ਇਹ ਸੋਚਿਆ ਜਾਏ ਕਿ ਅਪਸਾਈਡ ਡਾਊਨ ਜੇ ਸਿਰ ਥੱਲੇ ਕਰਕੇ ਕਿਸੇ ਨੂੰ ਲਟਕਾਇਆ ਜਾਏ ਤਾਂ ਇਹ ਤਾਂ ਬੜੀ ਤਗੜੀ ਪਨਿਸ਼ਮੈਂਟ ਹੈ। ਫਿਰ ਕੋਈ 1 2 4 ਮਿੰਟ ਦੀ ਨਹੀਂ ਹੈ। ਲਗਾਤਾਰ ਕਈ ਮਹੀਨੇ ਮਾਤਾ ਦੇ ਗਰਭ ਵਿੱਚ ਇਸ ਪੋਜੀਸ਼ਨ 'ਚ ਰਿਹਾ ਮਨੁੱਖ ਇਸ ਸੰਸਾਰ 'ਚ ਆਉਣ ਤੋਂ ਪਹਿਲਾਂ। ਪਰ ਭਗਤ ਜੀ ਕਹਿੰਦੇ ਉਰਦ ਧਿਆਨ ਨਹੀਂ ਲੱਗਾ। ਹੁਣ ਕਈ ਵਾਰੀ ਸੋਚਦੇ ਆ ਵੀ ਪੁੱਠਾ ਕਿਸੇ ਨੂੰ ਟੰਗਿਆ ਜਾਏ ਤਾਂ 5 ਮਿੰਟ 10 ਮਿੰਟ ਵੀ ਨਹੀਂ ਕੱਢ ਸਕਦਾ, ਬੜਾ ਔਖਾ ਹੈ, ਤੇ ਇੰਨਾ ਚਿਰ ਕਿਵੇਂ ਲੱਗਿਆ। ਤੇ ਉਹ ਹੈ ਕਿ ਉਰਦ ਧਿਆਨ ਲਿਵ ਲਾਗਾ, ਕਿ ਉਸ ਵੇਲੇ ਇਹਦਾ ਜਿਹੜਾ ਧਿਆਨ ਹੈ, ਇਹਦਾ ਜਿਹੜਾ ਧਿਆਨ ਹੈ ਉਰਦ ਧਿਆਨ ਲਿਵ ਲਾਗਾ। ਸੋ ਉਰਦ ਦਾ ਮਤਲਬ ਹੈ ਉੱਚਾ, ਬੜੀ ਉੱਚੀ ਸੁੱਚੀ ਜਿਹਨੂੰ ਸੋਚ ਕਹਿੰਦੇ ਆ। ਇਹਦਾ ਉੱਚਾ ਭਾਵ ਉੱਚੇ ਵੱਲ, ਵਾਹਿਗੁਰੂ ਵੱਲ ਇਹਦੀ ਲਿਵ ਜੁੜੀ ਸੀ, ਜਿਸ ਕਰਕੇ ਇਹ ਇੰਨੇ ਮਹੀਨੇ ਇਸ ਪੋਜੀਸ਼ਨ ਵਿੱਚ ਵੀ ਕੱਢ ਗਿਆ। ਦੇਖੋ ਆਪਾਂ ਬਾਣੀ ਜਿਸ ਵੇਲੇ ਪੜ੍ਹਦੇ ਹਾਂ ਆਨੰਦ ਸਾਹਿਬ ਜੀ ਦੀ, ਤੇ ਉਹਦੇ 'ਚ ਆਪਾਂ ਰੋਜ਼ ਹੀ ਪੜ੍ਹਦੇ ਹਾਂ ਕਿ ਮਨੁੱਖ ਜਿਹੜਾ ਮਾਤਾ ਕੁਦਰਤ ਮੈਂ ਪ੍ਰਤਪਾਲ ਕਰੇ ਸਿਓ ਕੋ ਮਨੋ ਵਿਸਾਰੀ, ਉਹਨੇ ਸਾਡੀ ਪਾਲਣਾ ਕੀਤੀ। ਕਿਉਂ? ਕਿਉਂਕਿ ਅਸੀਂ ਉਹਦੀ ਲਿਵ ਨਾਲ ਜੁੜੇ ਰਹੇ ਸੀ, ਉਹਨੂੰ ਯਾਦ ਰੱਖਿਆ। ਦੇਖੋ ਅਸੀਂ ਜਿਸ ਵੇਲੇ ਕਿਸੇ ਕੋਲੋਂ ਵੀ ਕੋਈ ਮਦਦ ਲੈਣੀ ਹੈ ਤੇ ਉਹਨੂੰ ਬੁਲਾਉਣਾ ਪੈਂਦਾ ਹੈ, ਉਹਨੂੰ ਯਾਦ ਕਰਨਾ ਪੈਂਦਾ। ਤੇ ਜੇ ਅਸੀਂ ਸੋਚੀਏ ਇਸ ਰੱਬ ਨੂੰ ਯਾਦ ਹੀ ਨਾ ਕਰੀਏ, ਹਾਂ ਇਹ ਠੀਕ ਹੈ ਕਿ ਵਾਹਿਗੁਰੂ ਜੀ ਦਾ ਆਪਣਾ ਬਿਰਦ ਹੈ, ਜੇ ਆਪਾਂ ਨਾ ਵੀ ਯਾਦ ਕਰੀਏ ਤਾਂ ਵੀ ਉਹ ਸਾਨੂੰ ਹਵਾ ਵੀ ਦੇਈ ਜਾਂਦੇ ਨੇ, ਰੋਟੀ ਪਾਣੀ ਵੀ ਦੇਈ ਜਾਂਦੇ ਨੇ। ਸੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਕਰ ਆ ਕੇ ਕਰਤਾ ਰਿਹਾ, ਇਹ ਤੇ ਵਾਹਿਗੁਰੂ ਜੀ ਦਾ ਬਿਰਦ ਹੈ। ਪਰੰਤੂ ਇਹ ਮਨੁੱਖ, ਜੇਕਰ ਤੂੰ ਆਪਣਾ ਜਨਮ ਸਫਲ ਚਾਹੁੰਦਾ ਹੈ, ਜਿਸ ਤਰ੍ਹਾਂ ਆਪਾਂ ਰਹਾਉ ਦੀ ਬੰਦ ਵਿੱਚ ਪੜ੍ਹੇ, ਸਫਲ ਜਨਮ ਲਈ ਤੈਨੂੰ ਰੱਬ ਨਾਲ ਲਿਵ ਜੋੜਨੀ ਚਾਹੀਦੀ ਸੀ। ਤੇ ਇਹ ਇੱਕ ਉਦਾਹਰਣ ਦਿੱਤੀ ਹੈ ਕਿ ਦੇਖ ਵਾਹਿਗੁਰੂ ਦਾ ਸਿਮਰਨ ਕਿੰਨਾ ਕਾਰਗਰ ਹੈ, ਕਿ ਜਿਸ ਵੇਲੇ ਤੂੰ ਮਾਤਾ ਦੇ ਉਰਦ ਵਿੱਚ, ਮਾਤਾ ਦੇ ਗਰਭ ਵਿੱਚ ਪੁੱਠਾ ਲਟਕਿਆ ਸੈਂ, ਉਸ ਵੇਲੇ ਤੇਰੀ ਲਿਵ ਵਾਹਿਗੁਰੂ ਨਾਲ ਜੁੜੀ ਸੀ। ਤੇ ਉਸ ਵੇਲੇ ਤੇਰੀ ਪੋਜੀਸ਼ਨ ਕੀ ਸੀ ਕਿ ਮਿਰਤਕ ਪਿੰਡ ਪਦ ਮਦ ਨਾ ਅਹਨਸ। ਕਹਿੰਦੇ ਮਿਰਤਕ ਪਿੰਡ, ਇਹ ਜਿਹੜਾ ਸਰੀਰ ਹੈ ਚੱਲਣਹਾਰ ਸਰੀਰ ਹੈ, ਪਦ ਮਿਰਤਕ ਪਿੰਡ ਪਦ ਮਦ ਨਹੀਂ ਚੀਨਾ ਨਾ ਮਦ ਨਾ ਅਹਨਸ ਏਕ ਅਗਿਆਨ ਸੁਨਾਗਾ। ਕਹਿੰਦੇ ਉਸ ਵੇਲੇ ਤੂੰ ਜਿਹੜੀ ਇਹ ਸਰੀਰਕ ਪਦ ਤੋਂ ਭਾਵੇਂ ਪਦਵੀ, ਜਿਸ ਵੇਲੇ ਤੇਰੀ ਸਰੀਰਕ ਪਦਵੀ ਭਾਵ ਸਰੀਰ ਨਾਲ ਨਹੀਂ ਸਹਿ ਜੁੜਿਆ, ਮਦ ਮੈਨੇ ਮਸਤ, ਤੂੰ ਮਸਤ ਕਿਤੇ ਸੈਂ, ਮਿਰਤਕ ਪਿੰਡ ਪਦ ਮਦ ਨਾ ਅਹਨਸ, ਪਰ ਦਿਨੇ ਰਾਤ ਤੂੰ ਕਿਸ ਚੀਜ਼ 'ਚ ਮਸਤ ਹੈ, ਉਸ ਹੈ ਜਿਹੜੀ ਉੱਪਰ ਗੱਲ ਆਈ, ਉਹਦਾ ਧਿਆਨ ਲਿਵ ਲਾ। ਤੇਰੀ ਲਿਵ ਵਾਹਿਗੁਰੂ 'ਚ ਜੁੜੀ ਸੀ। ਉਹ ਕਿਵੇਂ ਜੁੜੀ ਸੀ ਕਿ ਏਕ ਅਗਿਆਨ ਸੁਨਾਗਾ। ਇਹ ਜਿਹੜੇ 4 ਅੱਖਰ ਨੇ ਸਾਧ ਸੰਗਤ ਜੀ, ਇਹਨਾਂ ਦਾ ਧਿਆਨ ਦੇਣਾ। ਏਕ ਅਗਿਆਨ ਸੁਨਾਗਾ, ਇੱਥੇ ਏਕ ਦੇ ਕੱਕੇ ਨੂੰ ਅੰਕੜ ਹੈ, ਖਿਮਾ ਕਰੋ ਜੀ। ਇਹ ਜਿਹੜਾ ਏਕ ਹੈ ਇਹ ਸਰੀਰ ਲਈ ਹੈ, ਕਿ ਜਿਹੜਾ ਤੈਨੂੰ ਸਰੀਰ ਦੀ, ਹੁਣ ਆਪਾਂ ਸਰੀਰ ਨਾਲ ਜੁੜੇ ਹਾਂ ਨਾ ਜੀ। ਆਪਾਂ ਜਿਸ ਵੇਲੇ ਬਾਣੀ ਪੜ੍ਹਦੇ ਹਾਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਮਨੁੱਖ ਤੂੰ ਸਿਰਫ ਸਰੀਰ ਨੂੰ ਪਾਲਣ ਲਈ ਨਹੀਂ ਆਇਆ। ਦੇਖੋ ਸਰੀਰ ਨੂੰ ਆਪਾਂ ਕਈ ਵਾਰੀ ਹੁੰਦਾ ਕਿ ਮੇਨਟੇਨ ਤੇ ਕਰਕੇ ਰੱਖਣਾ ਹੈ, ਪਰ ਇਹ ਨਹੀਂ ਕਿ ਸਾਰਾ ਕੁਝ ਸਰੀਰ ਹੀ ਹੈ। ਸਰੀਰ ਬਣਾਉਣ ਵਾਲੇ ਨੂੰ ਯਾਦ ਰੱਖਣਾ ਹੈ, ਜਿਹੜਾ ਅੰਦਰ ਵਾਹਿਗੁਰੂ ਜੀ ਜੋਤ ਬੈਠੀ ਉਹਦੇ ਨਾਲ ਜੁੜਨਾ ਹੈ, ਕੇਵਲ ਬਾਹਰੀ ਸਰੀਰ ਨਾਲ ਨਹੀਂ ਜੁੜਨਾ। ਪਰ ਆਮ ਹਾਲਤਾਂ 'ਚ ਅਸੀਂ ਸਰੀਰਕ ਕਿਰਿਆਵਾਂ ਨਾਲ ਹੀ ਜੁੜੇ ਰਹਿੰਦੇ। ਇਸ ਕਰਕੇ ਭਗਤ ਜੀ ਨੇ ਇੱਥੇ ਦੱਸਿਆ ਕਿ ਏਕ ਅਗਿਆਨ ਸੁਨਾਗਾ। ਉਹ ਜਿਹੜਾ ਖਿਆਲ ਹੈ ਨਾ ਸਰੀਰ ਨਾਲ ਜੁੜਨ ਦਾ, ਉਹਦੇ ਵੱਲੋਂ ਤੂੰ ਅਗਿਆਨੀ ਸੀ। ਸੋ ਨਾਗਾ, ਨਾਗਾ ਮੈਨੇ ਅਣਹੋਂਦ, ਆਪਾਂ ਕਹਿੰਦੇ ਇਸ ਚੀਜ਼ ਦਾ ਨਾਗਾ ਭਾਵ ਉਸ ਵੇਲੇ ਤੈਨੂੰ ਇਸ ਗੱਲ ਦੀ ਅਣਹੋਂਦ ਸੀਗੀ ਕਿ ਤੂੰ ਸਰੀਰ ਨਾਲ ਜੁੜਨਾ, ਉਸ ਵੇਲੇ ਤੂੰ ਸਿਰਫ ਪਰਮਾਤਮਾ ਨਾਲ ਜੁੜਿਆ ਸੀ। ਮੈਂ ਇਸ ਕਰਕੇ ਆਖਿਆ ਵਿੱਚ ਧਿਆਨ ਦੇਣ ਦੀ ਲੋੜ ਹੈ। ਜੇ ਅੱਜ ਵੀ ਅਸੀਂ ਸਰੀਰ ਨਾਲ ਜੁੜਨ ਦੀ ਥਾਂ ਤੇ ਸਰੀਰ ਬਣਾਉਣ ਵਾਲਾ ਪਰਮਾਤਮਾ ਜਿਹੜੇ ਉਹਦੇ ਨਾਲ ਜੁੜੀਏ ਤੇ ਸਾਡਾ ਜੀਵਨ ਬੜਾ ਸੁਖੈਨ ਹੋ ਜਾਏ, ਬੜਾ ਸਿਆਜ ਦਾ ਜੀਵਨ ਹੋ ਜਾਏ। ਜਿੰਨਾ ਚਿਰ ਅਸੀਂ ਸੰਸਾਰ ਤੇ ਸਰੀਰ ਨਾਲ ਜੁੜਦੇ ਹਾਂ ਭਟਕਣਾ ਹੈ। ਜਿਸ ਵੇਲੇ ਅਸੀਂ ਨਿਰੰਕਾਰ ਤੇ ਆਤਮਾ ਨਾਲ, ਆਪਣੀ ਆਤਮਾ ਨਾਲ, ਅੰਤਰਾਤਮਾ ਨਾਲ ਜੁੜਦੇ ਹਾਂ ਤੇ ਸਹਿਜ ਹੈ। ਗੱਲ ਤੇ ਇੰਨੀ ਹੈ, ਇੱਧਰ ਨਹੀਂ ਤੇ ਇੱਧਰ ਹੈ। ਪਰ ਸੰਸਾਰ ਦੇ ਵਿੱਚ ਆ ਕੇ ਇੱਥੇ
ਸਾਨੂੰ ਇਹੀ ਦੱਸਿਆ ਕਿ ਤੇ ਦਿਨ ਸਮਲ ਕਸ਼ਟ ਮਹਾਂ ਦੁੱਖ। ਉਹ ਭਲਿਆ ਉਸ ਦਿਨ ਨੂੰ ਯਾਦ ਰੱਖ। ਸਮਲ ਹੁੰਦਾ ਸੰਭਲਣਾ, ਯਾਦ ਰੱਖਣਾ। ਤੇ ਦਿਨ ਸਮਲ ਕਸ਼ਟ ਮਹਾਂ ਦੁੱਖ, ਜਿਸ ਵੇਲੇ ਬੜੇ ਭਾਰੀ ਕਸ਼ਟ ਵਿੱਚ ਤੂੰ ਸਹਿ, ਉਹ ਦਿਨ ਵੀ ਯਾਦ ਕਰ। ਇੱਕ ਹੋਰ ਸ਼ਬਦ ਆਉਂਦਾ, ਕਹਾਂ ਭਈਆ ਫਿਰ ਤੋਂ ਫੂਲਿਆ ਫੂਲਿਆ, ਜਬ ਦਸ ਮਾਸ ਉਰ ਤਪ ਰਹਿਤਾ ਤੋ ਦਿਨ ਕੈਸੇ ਭੂਲੇ। ਗੁਰਬਾਣੀ ਚ ਆਇਆ ਕਿ ਭਲਿਆ ਹੁਣ ਤੇ ਤੂੰ ਬੜਾ ਹੰਕਾਰ ਕਰਦਾ ਹੈ, ਆਪਣੇ ਸਰੀਰ ਦਾ ਮਾਣ ਕਰਦਾ ਹੈ, ਔਰ ਤੂੰ ਦੂਸਰਿਆਂ ਨੂੰ ਆਪਣੇ ਵਰਗਾ ਸਮਝਦਾ ਹੀ ਨਹੀਂ। ਤੇਰੇ ਚ ਐਡਾ ਮਾਣ ਹੈ, ਐਡਾ ਹੰਕਾਰ ਹੈ। ਤੇ ਤੂੰ ਵੀ ਦਿਨ ਯਾਦ ਰੱਖ ਲੈ ਜਿਸ ਵੇਲੇ 10 ਮਹੀਨੇ ਤੂੰ ਪੁੱਠਾ ਟੰਗਿਆ ਸੀ, ਉਹ ਦਿਨ ਵੀ ਯਾਦ ਰੱਖ। ਤੇ ਦਿਨ ਸਮਲ ਕਸ਼ਟ ਮਹਾਂ ਦੁੱਖ, ਅਬ ਚਿਤ ਅਦਕ ਪਸਾਰਿਆ। ਹੁਣ ਤੂੰ ਜਿਸ ਵੇਲੇ ਸੰਸਾਰ ਚ ਆਇਆ ਤੇ ਤੇਰਾ ਚਿੱਤ ਜਿਹੜਾ ਅਦਕ ਮੈਨੇ ਬਹੁਤ ਸਾਰਾ, ਪਸਾਰਿਆ ਮੈਨੇ ਪਸਾਰਿਆ ਗਿਆ, ਭਾਵ ਖਿੰਡਰ ਪੁੰਡਰ ਗਿਆ। ਹੁਣ ਸਾਡਾ ਧਿਆਨ ਸਾਰਾ ਜਿਹੜਾ ਨਾ ਸੰਸਾਰੀ ਕੰਮਾਂ 'ਚ ਪੈ ਗਿਆ ਤੇ ਨਿਰੰਕਾਰ ਸਾਨੂੰ ਭੁੱਲ ਗਿਆ। ਗਰਭ ਛੋੜ ਮ੍ਰਿਤ ਮੰਡਲ ਆਇਆ ਤੋ ਨਰਹਰ ਮਨੋ ਵਿਸਾਰੇ। ਕਹਿੰਦੇ ਤੂੰ ਮਾਤਾ ਦੇ ਗਰਭ ਨੂੰ ਛੱਡ ਕੇ ਜਿਸ ਵੇਲੇ ਮ੍ਰਿਤ ਮੰਡਲ ਵਿੱਚ ਆਇਆ, ਭਾਵ ਸੰਸਾਰ ਵਿੱਚ ਆਇਆ, ਤੇ ਪਹਿਲਾ ਕੰਮ ਕੀ ਹੋਇਆ, ਤੋ ਨਰਹਰ ਮਨੋ ਵਿਸਾਰੇ। ਦੇਖੋ ਉਸੇ ਵੇਲੇ ਰੱਬ ਭੁੱਲ ਜਾਂਦਾ। ਹੁਣ ਕਈ ਇਹ ਵੀ ਕਹੇਗਾ ਕਿ ਇਹ ਕਿਵੇਂ ਹੋ ਗਿਆ ਵੀ ਛੋਟਾ ਬੱਚਾ ਜਿਹੜਾ ਹੈ ਉਹ ਤੇ ਉਸ ਵੇਲੇ ਜਨਮ ਲਿਆ, ਤੋ ਨਰਹਰ ਮਨੋ ਵਿਸਾਰਿਆ ਕਿਵੇਂ? ਨਰਹਰ ਤੋਂ ਭਾਵ ਹੈ ਪ੍ਰਮਾਤਮਾ, ਵਾਹਿਗੁਰੂ, ਉਹਨੂੰ ਮਨ ਤੋਂ ਕਿਵੇਂ ਵਿਸਾਰਿਆ? ਸੋ ਮੈਂ ਬੇਨਤੀ ਕਰਦੇ ਹਾਂ, ਦੇਖੋ ਗੱਲ ਇਹ ਆ ਵੀ ਇੱਕ ਇੰਗਲਿਸ਼ ਦੀ ਫਰੇਜ਼ ਹੈ ਕਿ ਮੈਨ ਇਜ਼ ਨੋਨ ਬਾਈ ਦਾ ਸੋਸਾਇਟੀ ਹੀ ਕੀਪਸ, ਭਾਵ ਜੋ ਸਾਡਾ ਆਲਾ ਦੁਆਲਾ ਸੀ ਉਹੋ ਜਿਹੇ ਬਣ ਜਾਂਦੇ। ਦੇਖੋ ਜੇ ਅਸੀਂ ਨਾਮ ਰਸੀਆਂ 'ਚ ਬੈਠਾਂਗੇ ਤੇ ਸਾਨੂੰ ਨਾਮ ਦਾ ਰਸ ਆਏਗਾ, ਪਰ ਜੇਕਰ ਅਸੀਂ ਸ਼ਰਾਬ ਰਸੀਆਂ 'ਚ ਬੈਠਾਂਗੇ ਤੇ ਜ਼ਰੂਰੀ ਗੱਲ ਹੈ ਤੇ ਨਾਮ ਰਸ ਤੇ ਆਉਣਾ ਨਹੀਂ। ਤੋ ਇੱਥੇ ਜਿਹੜਾ ਛੋਟਾ ਬੱਚਾ ਹੈ ਜਿਹਨੇ ਅਜੇ ਜਨਮ ਹੀ ਲਿਆ ਹੈ, ਤੋ ਨਰਹਰ ਮਨੋ ਵਿਸਾਰਿਆ। ਆਮ ਤੌਰ ਤੇ ਅਸੀਂ ਪੜ੍ਹਦੇ ਸੁਣਦੇ ਹਾਂ ਵੀ ਜਿਉਂ ਹੀ ਮਨੁੱਖ ਜਨਮ ਲੈਂਦਾ ਹੈ ਤੇ ਉਸੇ ਵੇਲੇ ਕਹਿੰਦੇ ਉਹਨੂੰ ਰੱਬ ਵਿਸਰ ਜਾਂਦਾ। ਜਿਹੜੀ ਲਿਵ ਉਹਦੀ ਵਾਹਿਗੁਰੂ ਨਾਲ ਲੱਗੀ ਸੀ, ਜਿਵੇਂ ਆਨੰਦ ਸਾਹਿਬ ਪੜ੍ਹਦੇ ਹਾਂ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਮਨੁਰਤਾ। ਜਿਉਂ ਹੀ ਮਨੁੱਖ ਜਨਮ ਲੈਂਦਾ ਉਸੇ ਵੇਲੇ ਉਹਦੀ ਲਿਵ ਜਿਹੜੀ ਪਰਮਾਤਮਾ ਤੋਂ ਟੁੱਟ ਜਾਂਦੀ। ਕਿਉਂ ਟੁੱਟ ਜਾਂਦੀ ਹੈ? ਦੇਖੋ ਸਾਡਾ ਆਲਾ ਦੁਆਲਾ, ਮੈਂ ਬੇਨਤੀ ਕੀਤੀ ਹੈ ਕਿ ਆਲੇ ਦੁਆਲੇ ਦਾ ਬੜਾ ਅਸਰ ਪੈਂਦਾ। ਹੁਣ ਆਲਾ ਦੁਆਲਾ ਕੀ ਹੈ? ਜਿਉਂ ਹੀ ਬੱਚੇ ਦਾ ਜਨਮ ਹੁੰਦਾ ਨਾ ਤੇ ਉਸੇ ਵੇਲੇ ਜਿਹੜੇ ਉਹਦੇ ਆਲੇ ਦੁਆਲੇ ਦੇ ਮਾਤਾ ਪਿਤਾ ਜਾਂ ਜੋ ਵੀ ਬਾਕੀ ਰਿਸ਼ਤੇਦਾਰ ਨੇ, ਉਹ ਉਸ ਵੇਲੇ ਬੜੀਆਂ ਖੁਸ਼ੀਆਂ ਮਨਾਉਂਦੇ ਨੇ। ਦੇਖੋ ਖੁਸ਼ੀ ਮਨਾਉਣੀ ਚਾਹੀਦੀ, ਕੋਈ ਐਸੀ ਗੱਲ ਨਹੀਂ ਹੈ, ਪਰ ਦਾਤ ਪਿਆਰੀ ਵਿਸਰਾ ਦਾਤਾ, ਧੰਨਵਾਦ ਤੇ ਕਰਨਾ ਚਾਹੀਦਾ ਵਾਹਿਗੁਰੂ ਜੀ ਦਾ, ਖੁਸ਼ੀ ਮਨਾਉਣੀ ਚਾਹੀਦੀ ਹੈ, ਵਾਹਿਗੁਰੂ ਨੂੰ ਯਾਦ ਰੱਖੀਏ ਤਾਂ ਸਿਮਰਨ ਕਰੀਏ। ਪਰ ਹੁੰਦਾ ਕੀ ਹੈ, ਜਿਉਂ ਬੱਚਾ ਜੰਮਦਾ ਵਧਾਈਆਂ ਜੀ, ਉਸ ਵੇਲੇ ਵਧਾਈਆਂ ਜੀ, ਫਿਰ ਕਈਆਂ ਨੂੰ ਮਠਿਆਈਆਂ ਜੀ ਤੇ ਕਈਆਂ ਨੂੰ ਬੋਤਲਾਂ ਪਿਲਾਈਆਂ ਜੀ। ਉਹ ਸਾਡਾ ਧਿਆਨ ਤਾਂ ਉੱਧਰ ਚੱਲ ਜਾਂਦਾ ਹੈ ਤੇ ਉਹ ਜਿਹੜਾ ਬੱਚਾ ਹੈਗਾ ਉਹਨੇ ਫਿਰ ਨਰਹਰ ਮਨੋ ਵਿਸਾਰਿਆ, ਉਹਨੂੰ ਰੱਬ ਵਿਸਰਨਾ ਹੀ ਹੈ ਨਾ। ਮੈਂ ਸੋਚਦਾ ਵੀ ਜੇਕਰ ਨਾਮ ਰਸੀਆਂ ਦੇ ਜਿਸ ਵੇਲੇ ਬੱਚਾ ਜਨਮ ਲੈਂਦਾ ਤੇ ਉੱਥੇ ਨਾਮ ਰਸ ਦਾ ਮਾਹੌਲ ਹੁੰਦਾ ਹੈ ਤੇ ਜ਼ਰੂਰੀ ਗੱਲ ਹੈ ਉਸ ਬੱਚੇ ਨੂੰ ਗੁਰਤੀ ਨਾਮ ਰਸ ਦੀ ਮਿਲੇਗੀ। ਸਾਡੇ ਪੰਜਾਬੀ ਕਲਚਰ ਵਿੱਚ ਇਹ ਗੁਰਤੀ ਦੀ ਗੱਲ ਕੀਤੀ ਜਾਂਦੀ, ਕਹਿੰਦੇ ਜਿਹੋ ਜੀ ਗੁਰਤੀ ਦਿਓ ਬੱਚੇ ਦਾ ਸੁਭਾਅ ਹੋ ਜਾ ਬਣਦਾ। ਪਤਾ ਨਹੀਂ ਠੀਕ ਹੈ ਗਲਤ ਹੈ, ਪ੍ਰਚਲਿਤ ਹੈ, ਪਰ ਮੈਂ ਸੋਚਦਾ ਜੇਕਰ ਬੱਚੇ ਨੂੰ ਨਾਮ ਰਸ ਦੀ ਗੁਰਤੀ ਦਿੱਤੀ ਜਾਏ ਤੇ ਬੱਚਾ ਨਾਮ ਰਸੀਆ ਜਿਹੜਾ ਹੈ ਉਹ ਜ਼ਰੂਰ ਬਣੇਗਾ। ਤੇ ਚਲੋ ਆਪਾਂ ਅਗਲੀ ਤੋਂ ਕੱਲ ਚੱਲਦੇ ਹਾਂ। ਬਾਲ ਵਿਨੋਦ ਚਿੰਦ ਰਸ ਲਾਗਾ ਖਿਨ ਖਿਨ ਮੋਹ ਵਿਆਪ। ਜਨਮ ਹੋਇਆ, ਉਸ ਤੋਂ ਬਾਅਦ ਬਾਲਪਨ ਆ ਗਿਆ, ਬਾਲ ਵਿਨੋਦ, ਫਿਰ ਹੋਇਆ ਕਿ ਬਾਲ ਵਿਨੋਦ ਚਿੰਦ ਰਸ ਲਾਗਾ। ਬਚਪਨ ਵਿੱਚ ਹੀ ਉਹਨੂੰ ਕੀ ਲੱਗ ਗਿਆ? ਚਿੰਤ ਤੋਂ ਭਾਵ ਹੈ ਚਿੰਤਨ। ਚਿੰਤਨ ਅਸੀਂ ਉਸ ਦਾ ਕਰਦੇ ਹਾਂ ਜਿਹੜੀ ਚੀਜ਼ ਸਾਨੂੰ ਲੋੜ ਹੋਵੇ, ਜਿਹੜੀ ਚੀਜ਼ ਸਾਨੂੰ ਜ਼ਰੂਰਤ ਹੈ, ਮੰਗਦੇ ਹਾਂ, ਉਹ ਚਿੰਤਨ ਹੁੰਦਾ। ਕਹਿੰਦੇ ਨੇ ਬਾਲ ਵਿਨੋਦ ਚਿੰਦ ਰਸ ਲਾਗਾ। ਇਹ ਰਸ ਮੈਨੇ ਸਵਾਦ, ਰਸ ਜਿਹੜਾ ਸਵਾਦ, ਰਸ ਤੋਂ ਰਸੋਈ, ਰਸਾਇਣ, ਰਸ ਦੇ ਕਈ ਅਰਥ ਨੇ ਪਰ ਮੇਨ ਅਰਥ ਰਸ ਦਾ ਸਵਾਦ ਹੈ। ਮਨੁੱਖ ਜਿਸ ਵੇਲੇ ਬੱਚਾ ਸਵਾਦਾਂ 'ਚ ਪੈ ਜਾਂਦਾ, ਸਵਾਦ ਜਿਹੜੇ ਨੇ ਉਹ ਕੋਈ ਵੀ ਹੋ ਸਕਦੇ ਨੇ, ਖੇਡਣ ਦੇ ਸਵਾਦ ਹੋ ਸਕਦੇ ਨੇ, ਖੇਡ ਖਿਡੌਣਿਆਂ ਦੇ ਸਵਾਦ ਹੋ ਸਕਦੇ ਨੇ, ਆਲੇ ਦੁਆਲੇ ਜਿਹੜੇ ਉਹਨੂੰ ਪਿਆਰ ਕਰਦੇ ਨੇ ਉਹਨਾਂ ਦਾ ਸਵਾਦ ਹੋ ਸਕਦਾ ਹੈ। ਤੋ ਬਾਲ ਵਿਨੋਦ ਚਿੰਦ ਰਸ ਲਾਗਾ ਖਿਨ ਖਿਨ ਮੋਹ ਵਿਆਪ। ਇੱਕ ਇੱਕ ਪਲ ਵਿੱਚ ਉਹਨੂੰ ਮੋਹ ਜਿਹੜਾ ਵਿਆਪਦਾ। ਕਿਵੇਂ ਕਰਨਾ ਤੇ ਹੁੰਦਾ ਕੀ ਹੈ ਕਿ ਰਸ ਮਿਸ ਬੇਦ ਅੰਮ੍ਰਿਤ ਬਿਖ ਚਾਖੀ ਤੋਂ ਪੰਚ ਪ੍ਰਗਟ ਸੰਤਾਪ ਹੈ।
मैं बेनती की उपर भी रस मिस, रस का मैंने चस्का, रस मिस मेद ਅੰਮ੍ਰਿਤ ਬਿਖ ਚਾਖੀ। ਜਿਸ ਵੇਲੇ ਬੱਚਾ ਜਿਉਂ-ਜਿਉਂ ਵੱਡਾ ਹੁੰਦਾ ਨੇ ਉਹਨੂੰ ਉਹਦੇ ਸਵਾਦ ਬਦਲਦੇ ਜਾਂਦੇ। ਜਿਸ ਵੇਲੇ ਬਹੁਤ ਛੋਟਾ ਸੀ 2-4 ਸਾਲ ਦਾ ਸੀ ਉਹਦੇ ਸਵਾਦਾਂ 'ਚ ਖਿਡੌਣੇ ਆਉਂਦੇ ਸਨ। ਜਿਸ ਵੇਲੇ 10-12 ਸਾਲ ਦਾ ਹੋਇਆ ਉਹਦੇ ਸਵਾਦ ਥੋੜ੍ਹੇ ਟੇਸਟ ਬਦਲੇ। ਜਿਸ ਵੇਲੇ ਥੋੜ੍ਹਾ ਜਿਹਾ ਜਵਾਨ ਹੋਇਆ ਉਹਦੇ ਹੋਰ ਟੇਸਟ ਬਦਲੇ। ਹੁਣ ਉਹ ਚਾਹੁੰਦਾ ਹੈ ਬੜੀਆਂ ਜਿਵੇਂ ਅੱਜ ਕੱਲ੍ਹ ਤੇ ਖੈਰ ਖਾਦ ਪਦਾਰਥਾਂ ਦੀ ਬੜੀ ਮਤਲਬ ਲੰਬੀ ਲਿਸਟ ਹੈ। ਤੋ ਰਸ ਮਿਸ ਮੇਦ ਅੰਮ੍ਰਿਤ ਬਿਖ ਚਾਖੀ, ਕਹਿੰਦੇ ਰਸ ਮਿਸ। ਹੁਣ ਜਿਹੜਾ ਬਿਸ ਲਫ਼ਜ਼ ਹੈ ਨਾ ਇਹ ਧਿਆਨ ਦੇਣਾ। ਮਿਸ ਦਾ ਮਤਲਬ ਹੁੰਦਾ ਹੈ ਕਿ ਕਿਸੇ ਚੀਜ਼ ਨੂੰ ਕੁਝ ਸਮਝ ਲੈਣਾ, ਹੋਣੀ ਨਹੀਂ ਉਹ ਮਿਸ ਕਰ ਜਾਣੀ, ਉਹਦੀ ਅਸਲੀਅਤ ਨੂੰ ਮਿਸ ਕਰ ਜਾਣਾ। ਰਸ ਮਿਸ, ਮਿਸ ਦਾ ਮਤਲਬ ਟੂ ਬੀ ਟੇਕਨ ਐਜ਼, ਹੈ ਨਹੀਂ ਪਰ ਇਹ ਹੈ। ਰਸ ਮਨੇ ਜਿਹੜੇ ਦੁਨਿਆਵੀ ਸਵਾਦ ਨੇ, ਜਿਹੜੀਆਂ ਚੀਜ਼ਾਂ ਖਾਂਦਾ ਪੀਂਦਾ, ਜਿਹੜੀਆਂ ਚੀਜ਼ਾਂ ਹੰਡਾਉਂਦਾ ਤੇ ਭੋਗਦਾ, ਉਹ ਸਮਝਦਾ ਹੈ ਵੀ ਇਹ ਤੇ ਅੰਮ੍ਰਿਤ ਨੇ। ਰਸ ਮਿਸ ਮੇਦ ਅੰਮ੍ਰਿਤ, ਅੰਮ੍ਰਿਤ ਤਾਂ ਮੈਨੇ ਚੰਗੀ ਚੀਜ਼ ਹੁੰਦੀ ਹੈ। ਉਹ ਸਮਝਦਾ ਹੈ ਕਿ ਇਹ ਚੀਜ਼ ਚੰਗੀਆਂ ਨੇ। ਰਸ ਮਿਸ ਮੇਦ, ਜਿਹੜਾ ਮੇਦ ਹੈ ਇਹਦਾ ਵੀ ਲਫ਼ਜ਼ੀ ਅਰਥ ਕਹਿੰਦੇ ਜਿਸ ਆਪਾਂ ਕਹਿੰਦੇ ਸੂਪ, ਸਵਾਦੀ ਸੂਪ ਹੋਵੇ। ਕਹਿੰਦੇ ਵੀ ਜਿਸ ਤਰ੍ਹਾਂ ਸਵਾਦ ਇਹਨੂੰ ਕਿਹੜੀਆਂ ਚੀਜ਼ਾਂ ਨੂੰ ਸਮਝਦਾ ਹੈ? ਬਿਖ ਚਾਖੀ, ਬਿਖ ਮੈਨੇ ਜ਼ਹਿਰ। ਕਹਿੰਦੇ ਬਿਖ ਨੂੰ ਚੱਖ ਕੇ ਸਮਝਦਾ ਇਹ ਤੇ ਬੜਾ ਸਵਾਦੀ ਅੰਮ੍ਰਿਤ ਹੈ। ਭਾਵ ਇਹ ਹੈ ਕਿ ਵਿਸ਼ੇ ਵਿਕਾਰ ਔਰ ਖਾਣ ਪੀਣ ਦੇ ਜਿਹੜੇ ਭੋਗ ਨੇ ਉਹਨਾਂ ਦੇ ਏਡੇ ਲਾਲਚ ਨੇ ਕਿ ਇਹ ਸਮਝਿਆ ਬੜੀਆਂ ਵਧੀਆ ਚੀਜ਼ਾਂ ਨੇ। ਰਸ ਮਿਸ ਮੇਦ ਅੰਮ੍ਰਿਤ ਬਿਖ ਚਾਖੀ, ਭਾਵ ਹੈ ਜਿਹੜੇ ਜ਼ਹਿਰ ਪਦਾਰਥ ਨੇ, ਮਾੜੇ ਕਰਮ ਨੇ, ਉਹਨਾਂ 'ਚ ਇਹਨੂੰ ਸਵਾਦ ਆਉਂਦਾ, ਇਹਨੂੰ ਟੇਸਟ ਆਉਂਦਾ। ਜਿਹੜੇ ਮਾੜੇ ਕਰਮ ਨੇ ਨਾ ਉਹਨਾਂ ਨੂੰ ਸਵਾਦੀ ਸਮਝਦਾ। ਭਾਵ ਇਹ ਹੈ ਤੇ ਮਾੜੇ ਨੇ, ਬਿਖ ਮੈਨੇ ਜ਼ਹਿਰ, ਹੈ ਤੇ ਜ਼ਹਿਰ ਨੇ, ਪਰ ਸਮਝਦਾ ਕਿ ਅੰਮ੍ਰਿਤ। ਮੈਂ ਤਦੇ ਬੇਨਤੀ ਕੀਤੀ ਨਾ, ਟੂ ਬੀ ਟੇਕਨ ਐਜ਼, ਹੈ ਬਿਖ ਹੈ ਪਰ ਉਹਨੂੰ ਅੰਮ੍ਰਿਤ ਸਮਝਦਾ। ਬਾਣੀ 'ਚ ਵੀ ਇਹਦਾ ਜ਼ਿਕਰ ਆਇਆ, ਇਹ ਤੁਕ ਸਾਂਝੀ ਕਰਦੇ ਹਾਂ। ਅੰਮ੍ਰਿਤ ਕੌੜਾ ਵਿਖਿਆ ਮੀਠੀ, ਸਾਕਤ ਕੀ ਬਿਦ ਨੈਨੋ ਡੀਠੀ। ਜਿਹੜਾ ਰੱਬ ਨਾਲ ਟੁੱਟਿਆ ਹੁੰਦਾ ਨਾ ਉਹਨੂੰ ਅੰਮ੍ਰਿਤ ਕੌੜਾ ਲੱਗਦਾ। ਉਹਨੂੰ ਕੋਲ ਸਤਸੰਗ ਜਾਣਾ ਹੈ, ਉਹਦੇ ਕੋਲ ਜੇ ਚਲਾ ਵੀ ਜਾਏ ਉਹਨਾਂ ਤੇ ਜਾਂਦਾ ਨਹੀਂ ਗਾ, ਜੇ ਚਲਾ ਵੀ ਜਾਏ ਵਿਚਾਰੇ ਕੋਲ ਬਹਿਣਾ ਔਖਾ ਹੁੰਦਾ ਵੀ ਕਦ ਉੱਠੀਏ ਕਦ ਜਾਈਏ। ਕਈ ਵਾਰੀ ਸਾਡਾ ਵੀ ਐਸਾ ਹਾਲਾਤ ਬਣ ਜਾਂਦੇ। ਤੇ ਇਸ ਕਰਕੇ ਇਹ ਭਗਤ ਜੀ ਕਹਿ ਰਹੇ ਨੇ ਕਿ ਰਸ ਮਿਸ ਬੇਦ ਅੰਮ੍ਰਿਤ ਬਿਖ ਚਾਖੀ ਤੋਂ ਪੰਜ ਪ੍ਰਗਟ ਸੰਤਾਪ ਹੈ। ਫਿਰ ਹੁੰਦਾ ਕਿ ਇਹ ਜਿਹੜੇ ਪੰਜ ਵਿਕਾਰ ਨੇ ਨਾ ਪ੍ਰਗਟ ਮੈਨੇ ਸਾਹਮਣੇ ਆਉਂਦੇ ਨੇ, ਖੜੇ ਹੋ ਜਾਂਦੇ ਨੇ, ਇਹ ਤੇ ਭਾਰੂ ਹੋ ਜਾਂਦੇ ਨੇ। ਸੰਤਾਪੇ ਮੈਨੇ ਸੰਤਾਪ ਦੇਣਾ, ਦੁੱਖ ਦੇਣਾ, ਭਾਵ ਇਹਨੂੰ ਦੁੱਖ ਦਿੰਦੇ ਨੇ, ਭਾਵ ਆਪਣੀਆਂ ਉਂਗਲਾਂ ਤੇ ਨਚਾ ਕੇ। ਕਹਿਣ ਤੋਂ ਭਾਵ ਹੈ ਕਿ ਜਿਸ ਵੇਲੇ ਮਨੁੱਖ ਜਵਾਨੀ 'ਚ ਆਉਂਦਾ ਹੈ ਇਹ ਪੰਜਾਂ ਵਿਕਾਰਾਂ ਦਾ ਗੁਲਾਮ ਬਣ ਜਾਂਦਾ ਹੈ ਤੇ ਕਰਦਾ ਕਿ ਇਹ ਜਪ ਤਪ ਸੰਜਮ ਛੋੜ ਸੁਕ੍ਰਿਤ ਮਤ। ਇਹ ਫਿਰ ਇਹਦੀ ਜੀਵਨ ਸ਼ੈਲੀ ਕਿਹੋ ਜਿਹੀ ਬਣ ਜਾਂਦੀ ਹੈ ਕਿ ਜਪ ਤਪ ਸੰਜਮ ਛੋੜ ਸੁਕ੍ਰਿਤ ਮਤ। ਇਹ ਸਾਰੀਆਂ ਚੰਗੀਆਂ ਚੀਜ਼ਾਂ ਦੇ, ਚੰਗੇ ਕਰਮਾਂ ਦੇ ਨਾਮ ਨੇ। ਜਪ ਕਰਨਾ, ਤਪ ਕਰਨਾ, ਸੰਜਮ। ਭਾਵ ਇਹ ਹੈ ਕਿ ਆਪਣੇ ਜੀਵਨ ਨੂੰ ਸੰਜਮੀ ਜੀਵਨ ਛੱਡ ਕੇ, ਛੋੜ ਮੈਨੇ ਛੱਡ ਕੇ, ਸੁਕ੍ਰਿਤ, ਸੁਕ੍ਰਿਤ ਮੈਨੇ ਚੰਗੀ ਕਿਰਤ, ਚੰਗੀ ਕਿਰਤ ਨੂੰ ਛੱਡ ਕੇ, ਜਪ ਤਪ ਸੰਜਮ ਛੋੜ ਸੁਕ੍ਰਿਤ ਮਤ। ਸੁਕ੍ਰਿਤ ਚੰਗੀ ਕਰਨੀ, ਸੁਕ੍ਰਿਤ ਨੂੰ ਚੰਗੀ ਕਰਨੀ, ਸੁਕ੍ਰਿਤ ਚੰਗੀ ਕਰਨੀ ਵਾਲੀ ਮਤ ਨੂੰ ਛੱਡ ਕੇ ਰਾਮ ਨਾਮ ਨਾ ਆਰਾਧਿਆ। ਇਹ ਰਾਮ ਨਾਮ ਦਾ ਆਰਾਧਨਾ ਭਾਵ ਰੱਬ ਨੂੰ ਭੁੱਲ ਹੀ ਜਾਂਦਾ। ਦੇਖੋ ਜਿਸ ਵੇਲੇ ਬੰਦੇ ਕੋਲ ਜਵਾਨੀ ਵੀ ਹੋਵੇ, ਬੰਦੇ ਕੋਲ ਖਾਣ ਪੀਣ ਨੂੰ ਪੈਸੇ ਵੀ ਹੋਣ, ਬੰਦੇ ਦਾ ਆਲਾ ਦੁਆਲਾ ਹੋਵੇ, ਉਹਦੇ ਮਤਲਬ ਜਿਹੋ ਚਾਹੁੰਦਾ ਤੇ ਫਿਰ ਉਹਨੂੰ ਰੱਬ ਨੇ ਆਮ ਹਾਲਤਾਂ 'ਚ ਰੱਬ ਨਹੀਂ ਯਾਦ। ਜਿਹਨਾਂ ਨੂੰ ਰੱਬ ਯਾਦ ਆ ਜਾਂਦਾ ਹੈ, ਜਿਹਨਾਂ ਕੋਲ ਸਭ ਕੁਝ ਹੋਵੇ ਤੇ ਰੱਬ ਯਾਦ ਆ ਜਾਏ, ਉਹ ਤਾਂ ਬਹੁਤ ਹੀ ਧੰਨਤਾ ਦੇ ਯੋਗ ਨੇ। ਨਹੀਂ ਤੇ ਆਮ ਹਾਲਤਾਂ ਵਿੱਚ ਕੀ ਹੁੰਦਾ ਹੈ ਕਿ ਜਿਸ ਵੇਲੇ ਸਾਡੇ ਕੋਲ ਚੀਜ਼ਾਂ ਦੀ ਕੰਫਰਟੇਬਲੀ ਸਾਨੂੰ ਚੀਜ਼ਾਂ ਮਿਲ ਜਾਣ ਤੇ ਮਨੁੱਖ ਦਾ ਮਨ ਜਿਹੜਾ ਨਾ ਆਮ ਹਾਲਤਾਂ ਦੇ ਵਿੱਚ ਮਾੜੇ ਪਾਸੇ ਜਾਂਦਾ। ਤੋ ਇਸ ਕਰਕੇ ਭਗਤ ਜੀ ਨੇ ਲਿਖਿਆ ਕਿ ਜਪ ਤਪ ਸੰਜਮ ਛੋੜ ਸੁਕ੍ਰਿਤ ਮਤ, ਰਾਮ ਨਾਮ ਨਾ ਆਰਾਧਿਆ। ਇਹ ਰੱਬ ਨੂੰ ਤੇ ਯਾਦ ਨਹੀਂ ਕੀਤਾ ਨੇ, ਭਾਵ ਚੰਗੇ ਕਰਮ ਤੇ ਨਹੀਂ ਕੀਤੇ। ਦੇਖੋ ਰੱਬ ਨੂੰ ਯਾਦ ਕੀ ਕਰਨਾ, ਚੰਗੇ ਕਰਮ ਕਰਨੇ। ਮੈਂ ਸੱਚ ਬੋਲ ਰਿਹਾ, ਰੱਬ ਦੀ ਯਾਦ ਹੈ। ਮੈਂ ਕੋਈ ਚੰਗਾ ਕੰਮ ਕਰ ਰਿਹਾ, ਰੱਬ ਦੀ ਯਾਦ ਹੈ। ਮੈਂ ਮਾੜਾ ਕੰਮ ਕਰ ਰਿਹਾ, ਰੱਬ ਭੁੱਲ ਗਿਆ। ਮੈਂ ਝੂਠ ਬੋਲ ਰਿਹਾ, ਰੱਬ ਭੁੱਲ ਗਿਆ। ਮੈਂ ਪਾਪ ਕਰ ਰਿਹਾ, ਰੱਬ ਭੁੱਲ ਗਿਆ। ਸੋ ਰੱਬ ਤੇ ਇਹੀ ਹੈ, ਹੋਰ ਕੋਈ ਰੱਬ ਨੇ ਸਾਨੂੰ ਦੇਹ ਧਾਰ ਕੇ ਸਾਹਮਣੇ ਗੱਲ ਨਹੀਂ ਹੈ। ਤੋ ਇੱਥੇ ਆਇਆ ਕਿ ਜਪ ਤਪ ਸੰਜਮ ਛੋੜ ਸੁਕ੍ਰਿਤ ਮਤ, ਰਾਮ ਨਾਮ ਨਾ ਆਰਾਧਿਆ। ਤੇ ਕੀਤਾ ਕਿ ਕਿਸ ਪਾਸੇ ਤੁਰ ਪਿਆ? ਉਛਲਿਆ ਕਾਮ, ਕਾਲ ਮਤ ਲਾਗੀ ਤੋ ਆਨ ਸ਼ਕਤ ਗਲ ਬੰਦ। ਕਹਿੰਦੇ ਇਹਦੇ ਅੰਦਰ ਕਾਮ ਨੇ ਉਛਾਲਾ ਪਾਇਆ। ਦੇਖੋ ਵਿਕਾਰ ਜਿਹੜਾ ਨਾ ਕਾਬੂ ਹੋਵੇ ਉਹ ਕੋਈ ਵੀ ਮਾੜਾ ਹੈ।
ਆਪਾਂ 5 ਵਿਕਾਰਾਂ ਦਾ ਮੁੱਖ ਤੌਰ ਤੇ ਜ਼ਿਕਰ ਆਉਂਦਾ ਹੈ, ਕਾਮ, ਕ੍ਰੋਧ, ਲੋਭ, ਮੋਹ। ਠੀਕ ਹੈ, ਗੁਰਬਾਣੀ ਚ ਹੈ ਕਾਮ, ਕ੍ਰੋਧ, ਲੋਭ, ਝੂਠ, ਨਿੰਦਾ। ਇਨ ਤੇ ਆਪ ਇਹ ਕਾਮ, ਕ੍ਰੋਧ, ਲੋਭ, ਝੂਠ, ਨਿੰਦਾ, ਇਹ ਜਿਹੜੀਆਂ ਚੀਜ਼ਾਂ ਨੇ ਇਹ ਮਾੜੀਆਂ ਨੇ। ਪਰ ਇੱਥੇ ਜਿਹੜਾ ਉਹਨਾਂ ਲਿਖਿਆ ਉਚੇਚੇ ਤੌਰ ਤੇ ਕਿ ਉਛਲਿਆ ਕਾਮ ਕਾਲ ਮਤ ਲਾਗੀ। ਮੈਂ ਬੇਨਤੀ ਕਰ ਰਿਹਾ ਸਾਂ, ਕੋਈ ਵਿਕਾਰ ਵੀ ਜਿਸ ਵੇਲੇ ਬੇਕਾਬੂ ਹੋ ਜਾਏ ਤਾਂ ਉਹ ਸਾਨੂੰ ਸਾਡਾ ਜੀਵਨ ਗਰਕ ਕਰ ਦਿੰਦਾ ਹੈ। ਪਰ ਜਿਹੜਾ ਇਹਨਾਂ ਸਾਰਿਆਂ ਵਿਕਾਰਾਂ 'ਚ ਬਹੁਤ ਜ਼ਿਆਦਾ ਭਿਆਨਕ ਹੋਵੇ ਨਾ, ਦੇਖੋ ਕਈ ਵਾਰੀ ਕਈ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦੀ ਮਤਲਬ ਵੀ ਅਸੀਂ ਚੀਜ਼ ਲੈਣੇ ਉਹ ਮਾੜੀ ਹੈ ਜੀ, ਪਰ ਕਈ ਚੀਜ਼ ਉਸ ਤੋਂ ਮਾੜੀ ਹੈ, ਕਈ ਉਸ ਤੋਂ ਮਾੜੀ, ਕਈ ਇੰਨੀਆਂ ਤੇਜ਼ ਹੁੰਦੀਆਂ ਨੇ। ਪਹਿਲੇ ਕਹਿੰਦੇ ਸਨ ਵੀ ਲੋਕੀ ਦਾਰੂ ਪੀਂਦੇ ਨੇ, ਅੱਜ ਕੱਲ੍ਹ ਅਸੀਂ ਸੁਣਨ 'ਚ ਆਇਆ ਸਿੰਥੈਟਿਕ ਡਰੱਗਸ ਚੱਲ ਪਈਆਂ। ਤੇ ਸਿੰਥੈਟਿਕ ਡਰੱਗ ਨਾਲ ਕੀ ਹੈ, ਬੰਦਾ ਜਲਦੀ ਜਿਹੜਾ ਨਾ ਉਹ ਆਰਾਮ ਨਾਲ ਸੱਤ ਹੋ ਜਾਂਦਾ। ਸੋ ਕਿਉਂਕਿ ਤੇਜ਼ ਬੜੀਆਂ ਨੇ, ਦੂਜੇ ਦਾਰੂਆਂ ਨਾਲ ਤੇਜ਼ ਬੜੀਆਂ ਨੇ। ਪੁਰਾਣੇ ਸਮੇਂ 'ਚ ਕੋਈ ਅਫੀਮ ਖਾਂਦਾ ਸੀ, ਉਸ ਇਹ ਠੀਕ ਹੈ ਉਹਦੇ ਮਤਲਬ ਗੋਡੇ ਗਿੱਟੇ ਜਾਂ ਕੁਝ ਉਧਰ ਅਸਰ ਤੇ ਮਾੜਾ ਪੈਂਦਾ ਸੀਗਾ, ਪਰ ਕਈ ਸਾਲ ਲੰਘ ਜਾਂਦੇ ਸੀ। ਸ਼ਰਾਬ ਪੀਣ ਨਾਲ ਵੀ ਕਈ ਸਾਲ ਲੰਘ ਜਾਂਦੇ। ਪਰ ਜਿਸ ਵੇਲੇ ਇਹ ਸਿੰਥੈਟਿਕ ਨਸ਼ੇ ਜਿਹੜੇ ਚੱਲੇ ਨੇ, ਇਹ ਤਾਂ ਫਟਾਫਟ ਬੰਦਿਆਂ ਨੂੰ ਗੱਡੀ ਚਾੜ ਦਿੰਦੇ ਨੇ। ਇਸੇ ਤਰ੍ਹਾਂ ਬਾਕੀਆਂ ਵਿਕਾਰਾਂ ਨਾਲੋਂ ਕਾਮ ਬਹੁਤ ਤੇਜ਼ ਹੈ, ਬਹੁਤ ਤੇਜ਼ ਹੈ। ਉਛਲਿਆ ਕਾਮ ਕਾਲ ਮਤ ਲਾਗੀ ਤੋ ਆਣ ਸ਼ਕਤ ਗਲ ਬਾਂਧੇ। ਕਹਿੰਦੇ ਫਿਰ ਇਹਦੇ ਅੰਦਰ ਕਾਮ ਨੇ ਉਛਾਲਾ ਪਾਇਆ ਤੇ ਇਹਦੀ ਮਤ ਜਿਹੜੀ ਹੈ ਉਧਰ ਤੁਰੀ ਤੇ ਇਹਨੇ ਕੀ ਕੀਤਾ, ਆਣ ਸ਼ਕਤ ਗਲ ਬਾਂਧੇ। ਇਹ ਸ਼ਕਤ ਲਫ਼ਜ਼ ਜਿਹੜਾ ਸਾਧ ਸੰਗਤ ਜੀ ਮਹਾਨ ਕੋਸ਼ ਵਿੱਚ ਇਹਦੇ ਤਕਰੀਬਨ 9 ਅਰਥ ਨੇ। ਇੱਕ ਅਰਥ ਇਹਦਾ ਇਸਤਰੀ ਵੀ, ਇਹ ਜਿਹੜਾ ਸ਼ਕਤ ਲਫ਼ਜ਼ ਹੈ ਇਸਤਰੀ ਵੀ। ਇੱਕ ਹੋਰ ਸ਼ਬਦ ਵਿੱਚ ਕਬੀਰ ਸਾਹਿਬ ਨੇ ਲਿਖਿਆ ਕਿ ਇਸਤਰੀ ਨੇ ਲਿਖਿਆ ਕਿ ਸ਼ਕਤ ਸਨੇਹ ਕਰ ਸੁਨਤ ਕਰੀਏ, ਉੱਥੇ ਵੀ ਸ਼ਕਤ ਦਾ ਅਰਥ ਇਸਤਰੀ ਹੈ। ਤੇ ਇੱਥੇ ਸ਼ਕਤ ਦਾ ਅਰਥ ਇਸਤਰੀ ਆਣਾ ਹੈ। ਕੱਲ ਵੀ ਆਪਾਂ ਜਿਸ ਵੇਲੇ ਆਨੰਦ ਸਾਹਿਬ ਦੀ ਵਿਚਾਰ ਸੁਣਦੇ ਸਨ, ਸ਼ੇਪ ਤੇ ਸ਼ਕਤ, ਸ਼ਕਤ ਮਤਲਬ ਜਿਹੜੀ ਚੀਜ਼ਾਂ ਕ੍ਰੀਏਟ ਕੀਤੀਆਂ ਨੇ ਰੱਬ ਨੇ, ਤੋਂ ਇਹ ਰੱਬ ਦੀ ਹੈ ਤੇ ਕ੍ਰੀਏਸ਼ਨ ਹੈ ਨਾ। ਤੇ ਇੱਥੇ ਸ਼ਕਤ ਦਾ ਅਰਥ ਮੈਂ ਜਿਸ ਤਰ੍ਹਾਂ ਬੇਨਤੀ ਕੀਤੀ ਹੈ ਮਹਾਨ ਕੋਸ਼ ਵਿੱਚ ਇਸਤਰੀ ਆਇਆ। ਉਛਲਿਆ ਕਾਮ ਕਾਲ ਮਤ ਲਾਗੀ ਤੋ ਆਣ ਸ਼ਕਤ ਗਲ ਬਾਂਧੇ। ਇਹਨੇ ਇਹ ਇਸਤਰੀ ਦੇ ਗਲੇ ਲੱਗ ਗਿਆ ਉਸ ਕਾਮੋਤਰ ਵਾਸ਼ਨਾ ਦੇ ਥੱਲੇ ਹੋ ਕੇ, ਤੇ ਆਇਆ ਸੀ ਨਾ ਰੱਬ ਤੇ ਭੁੱਲ ਗਿਆ। ਤੇ ਹੁਣ ਬਾਣੀ 'ਚ ਵੀ ਆਇਆ ਕਿ ਬੁਰੇ ਕਾਮ ਕੋ ਊਠ ਖਲੋਇਆ, ਇਹਨੂੰ ਰੱਬ ਨਹੀਂ ਯਾਦ ਆਉਂਦਾ। ਨਾਮ ਕੀ ਬੇਲਾ ਪੈ ਪੈ ਸੋਇਆ। ਦੇਖੋ ਜਿਸ ਵੇਲੇ ਤੇ ਅੰਮ੍ਰਿਤ ਵੇਲਾ ਹੋਵੇ ਉਸ ਵੇਲੇ ਤੇ ਜਾਗ ਨਹੀਂ ਖੁੱਲਦੀ, ਉੱਠਣਾ ਔਖਾ ਹੋ ਜਾਂਦਾ ਹੈ। ਪਰ ਮਹਾਰਾਜ ਨੇ ਲਿਖਿਆ, ਗੁਰੂ ਅਰਜਨ ਪਾਤਸ਼ਾਹ ਜੀ ਦਾ ਸ਼ਬਦ ਤੁਹਾਡੇ ਸਾਹਮਣੇ, ਕਿ ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ, ਅਵਸਰ ਆਪਣਾ ਬੁਝਿਆ ਨਾ ਆਨਾ, ਮਾਇਆ ਮੋਹ ਰੰਗ ਲਪਟਾ। ਇਹੀ ਗੱਲ ਜਿਹੜੀ ਹੈ ਉਹ ਭਗਤ ਜੀ ਇੱਥੇ ਕਹਿ ਰਹੇ ਨੇ ਕਿ ਜਪ ਤਤ ਸਮ ਛੋੜ ਸੁਕਰਤ ਮਤ, ਰਾਮ ਨਾਮ ਨਾ ਆਰਾ ਦਿਆ, ਉਛਲਿਆ ਕਾਮ ਕਾਲ ਮਤ ਲਾਗੀ ਤੋ ਆਣ ਸਗਲ ਗਲ ਬੰਧੇ। ਤੋ ਸਾਧ ਸੰਗਤ ਜੀ ਮੈਂ ਬੇਨਤੀ ਕਰ ਰਿਹਾ ਸਾਂ, ਇਹ ਜਿਹੜੀ ਕਾਮੋਤਰ ਬਿਰਤੀ ਹੈ ਨਾ ਜੀ, ਜਿਹੜੀ ਕਾਮ ਵਾਸ਼ਨਾ ਹੈ, ਇਹ ਬਹੁਤ ਹੀ ਤੇਜ਼ ਹੈ। ਔਰ ਖਿਆਲ ਕਰਨਾ, ਬਾਣੀ ਸਾਨੂੰ ਇਹਦੇ ਵਿੱਚ ਗਾਈਡ ਕਰਦੀ ਹੈ ਕਿ ਮਤਾ ਕੁਝ ਸਮਝੇ ਵੀ ਇਹਦੀ ਉਮਰ ਹੁੰਦੀ ਹੈ, ਕੋਈ ਉਮਰ ਨਹੀਂ। ਇਹ ਕਿਸੇ ਉਮਰ 'ਚ ਵੀ ਹੱਲਾ ਕਰ ਸਕਦੀ, ਕਿਸੇ ਉਮਰ 'ਚ ਹੱਲਾ ਕਰ ਸਕਦੀ, ਕਿਸੇ ਦੀ ਮੱਤ ਫੇਰ ਕੇ ਉਹਦੇ ਕੋਲੋਂ ਇਹ ਕੁਕਰਮ ਕਰਵਾ ਸਕਦੀ। ਇਹ ਕਿਸੇ ਨੂੰ ਬਖਸ਼ਦੀ ਨਹੀਂ, ਕੋਈ ਰੰਗ ਨਹੀਂ, ਕੋਈ ਰੂਪ ਨਹੀਂ, ਕੋਈ ਜ਼ਾਤ ਨਹੀਂ, ਕੋਈ ਪਾਤ ਨਹੀਂ, ਇਹ ਕਿਸੇ ਤੇ ਵੀ ਆ ਕੇ ਹੱਲਾ ਕਰਦੀ। ਤੋ ਇਹ ਏਡੀ ਤੇਜ਼ ਹੈ ਕਿ ਗੁਰਬਾਣੀ ਦੇ ਵਿੱਚ ਭਗਤ ਨਾਮਦੇਵ ਜੀ ਨੇ ਇੱਕ ਗੱਲ ਲਿਖੀ ਹੈ। ਉਹ ਕਹਿੰਦੇ ਨੇ ਕਿ ਦੇਖੋ ਕਈ ਲੋਕ ਜਿਹੜੇ ਨੇ ਨਾ ਉਹ ਇੰਨਾ ਤਿਆਗ ਕਰਦੇ ਨੇ ਕਿ ਵੀ ਚਲੋ ਘਰ ਛੱਡ ਦਿੱਤਾ, ਹਾਲਾਂਕਿ ਗੁਰਮਤਿ ਇਹਨਾਂ ਨੂੰ ਪ੍ਰਵਾਨ ਨਹੀਂ ਕਰਦੀ, ਪਰ ਉਹਨਾਂ ਨੇ ਉਦਾਹਰਨ ਦਿੱਤੀ। ਕਿਉਂਕਿ ਲੋਕੀ ਜਿਹੜੇ ਨੇ ਕਈ ਐਸੇ ਮਤ ਵੀ ਹੈਗੇ ਨੇ ਜਿਹੜੇ ਕਹਿੰਦੇ ਨੇ ਵੀ ਤੁਸੀਂ ਘਰ-ਬਾਰ ਗ੍ਰਸਤੀ ਨਹੀਂ ਅਪਣਾਉਣੀ, ਜੇ ਗ੍ਰਸਤੀ ਅਪਣਾਈ ਵੀ ਹੈ ਤੇ ਤੁਸੀਂ ਇਸ ਤੇ ਚੜਨਾ, ਤੁਹਾਨੂੰ ਗ੍ਰਸਤ ਛੱਡਣਾ ਪੈਣਾ, ਘਰਦਿਆਂ ਨੂੰ ਗੁੱਡ ਬਾਏ ਕਰਨੀ ਪੈਣੀ, ਉਹ ਚਲੇ ਜਾਂਦੇ ਨੇ। ਪਰ ਭਗਤ ਜੀ ਕਹਿੰਦੇ ਨੇ ਕਿ ਤੁਸੀਂ ਦੇਖੋ ਕਿ ਘਰ ਕੀ ਨਾਰ ਤੇ ਆ ਗਿਆ ਅੰਧਾ, ਪਰ ਨਾਰੀ ਸੋ ਘਾਲੈ ਤਨ, ਵੀ ਆਪਣੀ ਔਰਤ ਤੇ ਛੱਡ ਆਇਆ, ਪਰ ਮੁੜ ਕੇ ਇਸ ਕਾਮੋਤਰ ਬਿਰਤੀ ਨੇ, ਕਾਮ ਵਾਸ਼ਨਾ ਨੇ ਤੈਨੂੰ ਏਡਾ ਪਾਪੀ ਬਣਾਇਆ ਕਿ ਘਰ ਕੀ ਨਾਰ ਤੇ ਆ ਗਿਆ ਅੰਧਾ, ਪਰ ਨਾਰੀ ਸਿਓ ਘਾਲੈ ਧੰਦਾ। ਤੋ ਇਹ ਏਡੀ ਮਾੜੀ ਵਾਸ਼ਨਾ ਹੈ, ਇਸ ਤੋਂ ਬਚ ਕੇ ਰਹਿਣ ਦੀ ਲੋੜ ਹੈ। ਭਗਤ ਜੀ ਕਹਿੰਦੇ ਨੇ ਤਰਨ ਤੇਜ ਪਰ ਤ੍ਰੈ ਮੁਖ ਜੋ ਹੈ। ਤਰਨ ਕਹਿੰਦੇ ਨੇ ਜਵਾਨੀ ਨੂੰ, ਤੇ ਤੇਜ ਕਹਿੰਦੇ ਨੇ ਬੜੀ ਤੇਜ਼ ਭਾਵ ਜੋਸ਼, ਜਵਾਨੀ 'ਚ ਬੜਾ ਜੋਸ਼ ਹੁੰਦਾ। ਤਰਨ ਤੇਜ ਜਵਾਨੀ ਦੇ ਜੋਸ਼ ਵਿੱਚ, ਪਰ ਤ੍ਰਿਆ ਮੁਖ ਜੋ ਹੈ, ਪਰ ਮੈਨੇ ਪਰਾਈ, ਪਰ ਤ੍ਰਿਆ ਮੁਖ ਜੋ ਹੈ, ਮੁਖ ਮੈਨੇ ਮੁਖ, ਜੋ ਹੈ ਦਾ ਅਰਥ ਹੈ ਦੇਖਣਾ,
ਦੂਜੀਆਂ ਜਵਾਨੀ ਦੇ ਜੋਸ਼ ਵਿੱਚ ਇਹ ਮੂਰਖ ਦੂਜੀਆਂ ਔਰਤਾਂ ਦੇ ਮੁਖ ਵੱਲ ਦੇਖਦਾ ਹੈ, ਭਾਵ ਮੰਦੀ ਵਾਸ਼ਨਾ ਨਾਲ ਦੇਖਦਾ ਹੈ, ਭੈੜੀ ਭਾਵਨਾ ਨਾਲ ਦੇਖਦਾ ਹੈ। ਤਰਨ ਤੇਜ ਪਰਤਰੇ ਮੁਖ ਜੋ ਹੈ। ਹਾਲਾਂਕਿ ਸਾਨੂੰ ਹੁਕਮ ਕੀ ਹੈ? ਭਾਈ ਗੁਰਦਾਸ ਜੀ ਨੇ ਲਿਖਿਆ ਕਿ ਦੇਖ ਪਰਾਈਆਂ ਚੰਗੀਆਂ, ਮਾਵਾਂ ਧੀਆਂ ਭੈਣੇ ਜਾਣਾ। ਔਰ ਗੁਰਬਾਣੀ ਚ ਆਇਆ ਪਰਤਰਿਆ ਰੂਪ ਨਾ ਪੇਖਿਆ ਨੇਤਰ, ਸਾਧਕ ਚੈਲ ਸੰਤ ਸੰਗ ਹੇਤ। ਪਰਤਰਿਆ ਰੂਪ ਨਾ ਪੇਖਿਆ ਨੇਤਰ, ਪਰਾਈ ਔਰਤ ਦਾ ਰੂਪ ਪੇਖਿਆ ਮੈਨੇ ਦੇਖਣਾ, ਇਹਨਾਂ ਅੱਖਾਂ ਨੇ ਨਹੀਂ ਦੇਖਣਾ, ਇਸ ਲਈ ਨਹੀਂ ਮਿਲੀਆਂ ਸਾਨੂੰ। ਪਰ ਜਵਾਨੀ ਦੇ ਜੋਸ਼ ਜਿਸ ਵੇਲੇ ਬੰਦਾ ਰੱਬ ਨੂੰ ਭੁੱਲ ਜੇ, ਦੇਖੋ ਕਿਉਂ ਕਹਿੰਦੇ ਨੇ ਸਿਮਰਨ ਕਰੋ, ਸਵਾਸ ਸਵਾਸ ਸਿਮਰਨ ਕਰੋ। ਉਹ ਕਿਉਂ ਕਹਿੰਦੇ ਨੇ? ਇਸ ਕਰਕੇ ਸਿਮਰਨ ਦਾ ਮਤਲਬ ਵੀ ਹੈ, ਸਿਮਰਨ ਦਾ ਅਰਥ ਯਾਦ, ਕਿ ਵਾਹਿਗੁਰੂ ਦੀ ਯਾਦ ਰਹੇ। ਜਿਸ ਮਨੁੱਖ ਨੂੰ ਵਾਹਿਗੁਰੂ ਯਾਦ ਹੋਏਗਾ, ਉਹਨੂੰ ਤੇ ਕੋਈ ਵੀ ਸਾਹਮਣੇ ਆ ਜਾਏ, ਉਹਦੇ ਤੇ ਉਹਨੂੰ ਰੱਬ ਦਿਸੇਗਾ। ਮੰਦੀ ਵਾਸ਼ਨਾ ਕਿੱਥੇ ਆ ਗਈ? ਉਹਨੂੰ ਤੇ ਰੱਬ ਦਿਸੇਗਾ। ਜਿਹੜਾ ਸਿਮਰਨ ਕਰਦਾ, ਭਾਵ ਜਿਹੜਾ ਸਵਾਸ ਵਾਹਿਗੁਰੂ ਨੂੰ ਯਾਦ ਰੱਖਦਾ ਹੈ, ਉਹਨੂੰ ਤੇ ਕੋਈ ਛੋਟਾ ਵੱਡਾ ਨਹੀਂ ਲੱਗਦਾ, ਉਹਨੂੰ ਤੇ ਕੋਈ ਊਚ ਨੀਚ ਨਹੀਂ ਲੱਗਦਾ, ਉਹਨੂੰ ਕੋਈ ਜ਼ਾਤ ਪਾਤ ਨਹੀਂ ਲੱਗਦੀ। ਉਹਨੂੰ ਤੇ ਸਾਰਿਆਂ ਪਾਸੇ ਇਹ ਵਿਸ ਸੰਸਾਰ ਤੋਂ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਜ਼ਰ ਹੀ ਆਇਆ। ਸਤਿਗੁਰੂ ਜੀ ਐਸੀ ਅਵਸਥਾ ਸਾਡੀ ਬਣ ਜਾਏ, ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ। ਪਰ ਵਰਣਨ ਜਿਹੜੇ ਆਮ ਹਾਲਾਤਾਂ 'ਚ ਸਾਨੂੰ ਭਗਤ ਬੇਣੀ ਜੀ ਕਹਿ ਰਹੇ ਨੇ, ਪਰ ਤਰਨ ਤੇਜ ਪਰਤਰੇ ਮੁਖ ਜੋ ਹੈ। ਤੇ ਜਿਸ ਵੇਲੇ ਇਹ ਮਨੁੱਖ ਇਹਦੇ ਤੇ ਮੰਦੀ ਵਾਸ਼ਨਾ ਭਾਰੂ ਹੋ ਜਾਂਦੀ ਹੈ ਨਾ, ਸਾਧ ਸੰਗਤ ਜੀ, ਭਗਤ ਜੀ ਕਹਿੰਦੇ ਸਰਬ ਸਰਨਾ ਪਛਾਣਿਆ, ਸਰ ਅਪਸਰ, ਚੰਗਾ ਮਾੜਾ ਵੇਲਾ ਕਵੇਲਾ ਨਾ ਪਛਾਣਿਆ। ਵੇਲੇ ਕਵੇਲੇ ਦੀ ਕੋਈ ਪਛਾਣ ਨਹੀਂ ਰਹਿੰਦੀ। ਇਹ ਜਿਹੜੀ ਮੰਦੀ ਵਾਸ਼ਨਾ ਦੇ ਮਨ 'ਚ ਭਾਰੀ ਹੋ ਜਾਂਦੀ ਹੈ ਨਾ, ਇਹਦੇ ਦਿਮਾਗ ਨੂੰ ਤਾਲਾ ਹੀ ਲਾ ਦਿੰਦੀ, ਇਹਨੂੰ ਬਿਲਕੁਲ ਮੂਰਖ ਬਣਾ ਦਿੰਦੀ, ਜਾਲ ਬਣਾ ਦਿੰਦੀ। ਔਰ ਅਸੀਂ ਦੇਖਦੇ ਹਾਂ ਚੰਗੇ ਚੰਗੇ ਲੋਕ ਜਿਹੜੇ ਨੇ, ਚੰਗੇ ਭਲੇ ਲੋਕ, ਪੜ੍ਹੇ ਲਿਖੇ ਸਿਆਣੇ ਬਾਣੇ ਲੱਗਦੇ ਵੀ ਜਿਹੜੇ ਨੇ, ਉਹ ਵੀ ਕਈ ਵਾਰੀ ਐਸਾ ਕੁਕਰਮ ਕਰ ਬਹਿੰਦੇ ਨੇ, ਭਾਵੇਂ ਸਾਰੀ ਉਮਰ ਸ਼ਰਮਿੰਦਗੀ ਸਹਿਣ ਕਰਨੀ ਪਵੇ। ਪਰ ਉਸ ਵੇਲੇ ਕੀ ਹੁੰਦਾ ਕਿ ਤਰਨ ਤੇਜ ਪਰਤਰਿਆ ਮੁਖ ਜੋ ਹੈ, ਸਾਰਾ ਪਸਾਰ ਨਾ ਪਛਾਣੇ, ਵੇਲਾ ਕੋਲਾ ਨਹੀਂ ਪਛਾਣਦੇ। ਉਹ ਨਹੀਂ ਦੇਖਦੇ ਮੈਂ ਕੰਮ ਕਰਨਾ ਵੀ ਹੈ ਕਿ ਨਹੀਂ, ਇਹ ਤਾਂ ਮਾੜਾ ਕੰਮ ਹੈ। ਪਰ ਉਹ ਮਾੜਾ ਕੰਮ ਸਮਝ ਆਉਣ ਦੇ ਬਾਵਜੂਦ, ਮਾੜਾ ਕੰਮ ਸਮਝ ਆਉਣ ਦੇ ਬਾਵਜੂਦ ਵੀ ਕਰ ਜਾਂਦੇ ਨੇ। ਕਿਉਂ? ਕਿਉਂਕਿ ਮਨ ਤੇ ਕੰਟਰੋਲ ਨਹੀਂ ਹੈ। ਮਨ ਤੇ ਕੰਟਰੋਲ ਹੋਵੇ ਤਾਂ ਵਾਸ਼ਨਾਵਾਂ ਤੇ ਕੰਟਰੋਲ ਹੋਵੇ। ਤੇ ਹੁੰਦਾ ਕਿ ਉਨਮਤ ਕਾਮ ਮਹਾ ਬਿਖ ਭੂਲੇ। ਉਹ ਫਿਰ ਕੀ ਹੁੰਦਾ ਵੀ ਉਸ ਕਾਮ ਦੀ ਮੱਧ ਵਿੱਚ, ਉਸ ਮਸਤੀ ਦੇ ਵਿੱਚ ਮਹਾ ਬਿਖ, ਮਹਾ ਮੈਨੇ ਵੱਡਾ, ਬਿਖ ਮੈਨੇ ਜ਼ਹਿਰ, ਇਹ ਬੜੀ ਵੱਡੀ ਜ਼ਹਿਰ ਹੈ, ਉਹਦੇ ਵਿੱਚ ਇਹ ਭੁੱਲ ਜਾਂਦਾ ਹੈ। ਤੇ ਪਾਪ ਪੁੰਨ ਨਾ ਪਛਾਣਿਆ, ਇਹਨੂੰ ਪਤਾ ਹੀ ਲੱਗਦਾ ਮੈਂ ਚੰਗਾ ਕੰਮ ਕਰਨ ਲੱਗਾ ਕਿ ਮਾੜਾ ਕੰਮ ਕਰਨ ਲੱਗਾ। ਮਾੜੇ ਕੰਮ ਨੂੰ ਚੰਗਾ ਹੀ ਸਮਝਦਾ, ਮਾੜੇ ਕੰਮ ਨੂੰ ਚੰਗਾ ਸਮਝਦਾ ਤੇ ਉਹ ਕਰ ਜਾਂਦਾ ਹੈ। ਤੇ ਇਸ ਤੋਂ ਇਲਾਵਾ ਇਹ ਤੇ ਚਲੋ ਸੀ ਕਾਮ ਵਾਸ਼ਨਾ ਦੀ ਗੱਲ, ਹੋਰ ਵੀ ਗੱਲਾਂ ਨੇ ਜਿਹੜੀਆਂ ਸਾਨੂੰ ਰੱਬ ਤੋਂ ਤੋੜ ਕੇ ਭਟਕਾਈ ਰੱਖਦੇ ਨੇ। ਕਿ ਸੁੱਤ ਸੰਪਤ ਦੇਖ ਇਹ ਮਨ ਗਰਬਿਆ। ਸੁੱਤ ਮੈਨੇ ਪੁੱਤਰ, ਸੰਪਤ ਮੈਨੇ ਸੰਪਤੀ, ਧਨ ਜਦਾਦ ਦੌਲਤ। ਸੁੱਤ ਸੰਪਤ ਦੇਖ ਇਹ ਮਨ ਗਰਬਿਆ, ਇਹਨੂੰ ਹੰਕਾਰ ਕਰਦਾ ਵੀ ਮੇਰਾ ਜੀ ਪਰਿਵਾਰ ਵੱਡਾ ਜੀ, ਦੇਖੋ ਮੇਰਾ ਵਪਾਰ ਕਿੰਨਾ ਚੱਲਦਾ ਹੈ, ਮੇਰਾ ਤੇ ਇੰਨਾ ਬੈਂਕ ਬੈਲੈਂਸ ਹੈ ਜੀ, ਮੇਰੀ ਤੇ ਐਡਾ ਅਹੁਦਾ ਹੈਗਾ ਜੀ। ਇਹਨੂੰ ਉਹ ਜਿਹੜੀਆਂ ਗੱਲਾਂ ਨੇ ਨਾ, ਦੇਖੋ ਗੱਲ ਇਹ ਆ ਵੀ ਹੁਣ ਦੂਜੇ ਪਾਸੇ ਆਉਂਦਾ ਵੀ ਜੇ ਕਿਸੇ ਦਾ ਅਹੁਦਾ ਤਾਂ ਸਮਝੇ ਨਾ, ਸਮਝੇ ਅਹੁਦਾ, ਸਮਝੇ ਬੈਂਕ ਬੈਲੈਂਸ ਹੈ ਤੇ ਸਮਝੇ, ਪਰਿਵਾਰ ਹੈ ਤੇ ਸਮਝੇ। ਪਰ ਕੀ ਸਮਝੇ ਕਿ ਇਹ ਮੇਰੇ ਮਾलिक, ਮੇਰਾ मुझ में किछ नहीं, जो कुछ है सो तेरा, तेरा तुझको सौंपते क्या लागे मेरा। जिस ਵੇਲੇ ਕਿਸੇ ਉੱਚੇ ਅਹੁਦੇ ਤੇ ਬੈਠਾ ਬੰਦਾ, ਉਹਨੂੰ ਇਹ ਤੁਕਾਂ ਯਾਦ ਹੋਣਗੀਆਂ ਤੇ ਉਸ ਅਹੁਦੇ ਤੇ ਬੈਠ ਕੇ ਇਨਸਾਫ ਕਰੇਗਾ। ਉਹ ਰਿਸ਼ਵਤ ਨਹੀਂ ਲਏਗਾ, ਲੋਕਾਂ ਦਾ ਘਾਣ ਨਹੀਂ ਕਰੇਗਾ। ਪਰ ਜੇ ਰੱਬ ਨਹੀਂ ਯਾਦ, ਫਿਰ ਤੇ ਸੁੱਤ ਸੰਪਤ ਦੇਖ ਹੈ ਮਨ ਗਰਬਿਆ, ਰਾਮ ਹਿਰਦੈ ਤੇ ਖੋਇਆ। ਆਪਣੇ ਹਿਰਦੇ ਤੋਂ ਰੱਬ ਨੂੰ ਭੁੱਲ ਗਿਆ। ਅਵਰ ਮਰਤ ਮਾਇਆ ਮਨ ਕੋਲੇ, ਕਹਿੰਦਾ ਜਿਸ ਵੇਲੇ ਕੋਈ ਦੂਸਰਾ ਮਰਦਾ ਨਾ, ਅਵਰ ਮੈਨੇ ਦੂਸਰਾ, ਮਰਤ ਮੈਨੇ ਮਰਦਾ, ਤੇ ਮਾਇਆ ਮਨ ਆਪਣੇ ਮਨ ਵਿੱਚ ਕੀ ਤੋਲਦਾ? ਮਾਇਆ ਤੋਲਦਾ। ਮਾਇਆ ਤੋਲਣ ਤੋਂ ਭਾਵ ਹੈ ਉਹ ਸੋਚਦਾ ਵੀ ਹਾਂ ਇਹ ਕਿੰਨੀ ਕੁ ਜਾਇਦਾਦ ਛੱਡ ਕੇ ਚਲਾ ਗਿਆ, ਮੈਨੂੰ ਖਿਮਾ ਕਰਨਾ। ਜਿਨ੍ਹਾਂ ਤੇ ਵਾਹਿਗੁਰੂ ਦੀ ਬਖਸ਼ਿਸ਼ ਹੈ, ਜਿਹੜੇ ਰੱਬ ਨਾਲ ਜੁੜੇ ਨੇ, ਉਹ ਤੇ ਨਹੀਂ। ਪਰ ਆਮ ਹਾਲਤਾਂ ਵਿੱਚ ਅਸੀਂ ਮਨੁੱਖ ਸ਼੍ਰੇਣੀ ਕਈ ਵਾਰੀ ਪੁੱਤਰ ਐਸਾ ਵੀ ਸੋਚਦੇ ਨੇ ਵੀ ਹੁਣ ਬਾਪੂ ਚਲਿਆ ਜੀ, ਜਾਣ ਵਾਲਾ ਹੈ, ਤੋਂ ਪਹਿਲੇ ਅੰਦਾਜ਼ਾ ਲਾਉਣਾ ਸ਼ੁਰੂ ਕਰ ਦਿੰਦੇ ਨੇ ਵੀ ਬਾਪੂ ਕੋਲ ਕਿੰਨੇ ਪੈਸੇ ਨੇ, ਬੈਲੈਂਸ ਕਿੰਨਾ। ਕਈ ਵਾਰੀ ਤੇ ਬਾਪੂ ਵਿਚਾਰਾ ਲੇਟਿਆ ਹੁੰਦਾ ਤੇ ਆ ਕੇ ਵੀ ਕਹਿਣਗੇ ਪਿਤਾ ਜੀ ਸਾਡੇ ਨਾਂ ਤੇ ਨੋਮੀਨੇਸ਼ਨ ਕਰ ਦਿਓ। ਹਾਲਾਂਕਿ ਸਿਆਣੇ ਪੁੱਤਰ ਤੇ ਪਹਿਲੇ ਕਰ ਦਿੰਦੇ ਨੇ,
ਪਰ ਉਹਨਾਂ ਨੂੰ ਫਿਕਰ ਹੁੰਦਾ ਵੀ ਉਹ ਨਾ ਹੋਵੇ ਵੀ ਇਹ ਸਾਡਾ ਬਾਪੂ ਕਿਸੇ ਦੂਜੇ ਭੈਣ ਭਰਾ ਨੂੰ ਜ਼ਿਆਦਾ ਨਾ ਦੇ ਜਾਵੇ। ਉਹਨੂੰ ਬਾਪੂ ਦਾ ਨਹੀਂ ਫਿਕਰ ਹੁੰਦਾ, ਉਹਨੂੰ ਇਹ ਫਿਕਰ ਹੁੰਦਾ ਕਿ ਮੈਨੂੰ ਮਿਲਣਾ ਕੀ ਹੈ, ਮੇਰਾ ਹਿੱਸਾ ਕੀ ਹੈ। ਔਰ ਮੈਨੂੰ ਖਿਮਾ ਕਰਨਾ, ਐਸਾ ਵੀ ਦੇਖਣ ਚਾਹੁੰਦਾ ਹੈ ਕਿ ਜਿਉਂ ਹੀ ਬੰਦਾ, ਔਰ ਹੁਣ ਸਮਾਂ ਨਹੀਂ ਹੈ ਮੈਂ ਤੁਕਾਂ ਦਿਆਂ, ਗੁਰਬਾਣੀ ਵਿੱਚ ਵੀ ਐਸਾ ਜ਼ਿਕਰ ਆਉਂਦਾ ਹੈ ਕਿ ਲਈ ਲਗੋਟੀ ਤੋਰ, ਬੰਦਾ ਜਿਉਂ ਹੀ ਬੰਦੇ ਦਾ ਸਾਹ ਨਿਕਲਦਾ ਨਾ, ਸਭ ਤੋਂ ਪਹਿਲੇ ਉਹਦੇ ਕਰੀਬੀ, ਉਹਦੇ ਪੁੱਤਰ ਨੂੰਹਾਂ ਜਿਹੜੀਆਂ ਧੀਆਂ ਨੇ, ਆਲੇ ਦੁਆਲੇ ਬੈਠ ਕੇ ਲੋਕ ਦਿਖਾਵਾ ਤੇ ਵੈਣ ਪਾ ਰਹੀਆਂ ਹੁੰਦੀਆਂ ਨੇ, ਪਰ ਨਾਲ ਜੇ ਮਾਂ ਮਰੀ ਹੈ ਤੇ ਉਹਦੀ ਬਾਂਹ ਵਿੱਚ ਕੋਈ ਚੂੜੀ ਪਈ ਹੈ ਤੇ ਉਹ ਲਾਂਦੀਆਂ ਪਈ ਹੁੰਦੀਆਂ ਨੇ, ਕੋਈ ਮੁੰਦਰੀ ਪਾਈ ਹੈ ਤੇ ਉਹ ਲਾਂਦੀਆਂ ਪਈ ਹੁੰਦੀਆਂ ਨੇ, ਜੇ ਕੋਈ ਚੈਨੀ ਪਾਈ ਹੈ ਤੇ ਉਹ ਕੱਟ ਕੇ ਲਾਂਦੀਆਂ ਪਈ ਹੁੰਦੀਆਂ ਨੇ, ਫਟਾਫਟ ਕਰ ਲਈਏ। ਤੇ ਨਾਲ ਹੀ ਫਿਰ ਹਿਸਾਬ ਕਿਤਾਬ ਸ਼ੁਰੂ ਹੋ ਜਾਂਦਾ ਵੀ ਤੇਰੇ ਹਿੱਸੇ ਕੀ ਆਇਆ। ਕਮਾਲ ਦੀ ਗੱਲ ਹੈ। ਤਾਈਓ ਤੇ ਮਨ ਭਗਤ ਸਾਹਿਬ ਕਹਿੰਦੇ ਨੇ, ਭਗਤ ਜੀ, ਕਿ ਸੁੱਤ ਸੰਪਤ ਦੇਖੇ ਮਨ ਗਰਬਿਆ, ਰਾਮ ਹਿਰਦੈ ਤੇ ਖੋਇਆ, ਅਵਰ ਮਰਤ ਮਾਇਆ ਮਨ ਤੋਲੇ, ਤੋ ਭਗ ਮੁਖ ਜਨਮ ਵੇ ਗੋਇਆ। ਉਹ ਭਲਿਆ, ਤੂੰ ਤੇ ਦੂਜਿਆਂ ਦੇ ਮਰਨ ਤੇ ਵੀ ਮਨ 'ਚ ਤੋਲਦਾ ਰਿਹਾ ਕਿ ਕਿੰਨੀ ਕੁ ਮਾਇਆ ਦਾ ਹਿਸਾਬ ਕਿਤਾਬ ਹੈ। ਕਹਿੰਦੇ ਲਾਹਨਤੀਆ, ਤੈਨੂੰ ਯਾਦ ਰੱਖ, ਭਗ ਮੁਖ ਜਨਮ ਵਿਗੋਇਆ। ਭਗ ਮੈਨੇ ਭਾਗਾਂ ਨਾਲ, ਆਪਾਂ ਸ਼ੁਰੂ 'ਚ ਕਿਹਾ ਨਾ, ਹੀਰੇ ਜੈਸਾ ਜਨਮ, ਭਾਗਾਂ ਨਾਲ ਮਿਲਿਆ ਜਨਮ ਜਿਹੜਾ ਵਿਗੋਇਆ ਮੈਨੇ, ਤੂੰ ਖਤਮ ਕਰ ਦਿੱਤਾ। ਕਾਮੋਤਰ ਬਿਰਤੀ ਦੀਆਂ ਪਿੱਛੇ ਗੱਲਾਂ ਚਲੀਆਂ ਨੇ, ਸਮਾਂ ਥੋੜਾ ਮੈਂ ਇਹਨਾਂ ਤੁਕਾਂ ਨੂੰ ਨਹੀਂ ਡਿਸਕਸ ਕਰ ਰਿਹਾ, ਆਪਾਂ ਪਹਿਲੇ ਗੁਰਬਾਣੀ ਦੀਆਂ ਬਾਕੀ ਤੁਕਾਂ ਜਿਹੜੀ ਪੜ੍ਹ ਲਈ। ਅਗਲਾ ਬੰਦ ਹੈ ਜੀ, ਚੌਥਾ ਬੰਦ, ਕਿ ਪੁੰਡਰ ਕੇਸ ਕੁਸਮ ਤੇ ਧੌਲੇ। ਦੂਜੇ ਤੇ ਤੀਜੇ ਜਿਹੜਾ ਬੰਦ ਸੀਗਾ, ਉਹਦੇ ਵਿੱਚ ਬਚਪਨ ਤੋਂ ਲੈ ਕੇ ਜਵਾਨੀ ਤੱਕ, ਗ੍ਰਸਤੀ ਤੱਕ, ਭਾਵੇਂ ਅੱਧ ਖੜ ਉਮਰ ਜਿਹੜੀ ਸਾਡੀ ਹੁੰਦੀ ਹੈ, ਉਹਦੇ ਤੱਕ ਦਾ ਜ਼ਿਕਰ ਆਇਆ ਸੀਗਾ। ਤੇ ਹੁਣ ਆ ਗਿਆ ਉਸ ਅਵਸਥਾ ਦਾ ਜ਼ਿਕਰ ਜਿਹੜੇ ਦੇਖਣੀ ਹੋਵੇ ਤੇ ਮੈਂ ਹੀ ਸਾਹਮਣੇ ਬੈਠਾ। ਪੁੰਡਰ ਕੇਸ ਕੁਸਮ ਤੇ ਧੌਲੇ, ਸਪਤ ਪਾਤਾਲ ਕੀ ਬਾਣੀ। ਬਈ ਹੁਣ ਫਿਰ ਅਗਲੀ ਅਵਸਥਾ ਆ ਜਾਂਦੀ ਹੈ ਨਾ, ਫਿਰ ਕੀ ਹੈ, ਪੁੰਡਰ ਕੇਸ ਕੁਸਮ ਤੇ ਧੌਲੇ। ਪੁੰਡਰ ਕਹਿੰਦੇ ਨੇ ਇੱਕ ਚਿੱਟੇ ਰੰਗ ਦਾ ਕੌਲ ਫੁੱਲ ਹੈ, ਉਹਨੂੰ ਕਹਿੰਦੇ ਨੇ ਪੁੰਡਰ। ਪੁੰਡਰ ਤੋਂ ਭਾਵ ਹੈ ਚਿੱਟੇ ਰੰਗ ਦਾ ਕੌਲ ਫੁੱਲ। ਪੁੰਡਰ ਕੇਸ, ਕੇਸ ਮੈਨੇ ਕੇਸ, ਸਾਡੇ ਕੇਸ ਜਿਹੜੇ ਨੇ ਚਿੱਟੇ ਹੋ ਗਏ, ਇਹ ਤੁਸੀਂ ਦੇਖ ਸਕਦੇ ਹੋ, ਤੁਹਾਡੇ ਸਾਹਮਣੇ ਡੈਮੋਨਸਟ੍ਰੇਸ਼ਨ ਹੋ ਰਹੀ ਹੈ, ਮੇਰੇ ਕੇਸ ਚਿੱਟੇ। ਪੁੰਡਰ ਕੇਸ ਤੇ ਕੁਸਮ ਜਿਹੜਾ ਹੈ, ਉਹ ਵੀ ਇਹਦਾ ਕਮਲ ਫੁੱਲ ਦਾ ਨਾਮ ਹੈ, ਚਿੱਟੇ ਰੰਗ ਦਾ ਕਮਲ ਫੁੱਲ ਜਿਹੜਾ ਨੂੰ ਕੁਸਮ ਕਹਿੰਦੇ। ਪੁੰਡਰ ਕੇਸ ਕੁਸਮ ਤੇ ਧੌਲੇ, ਮੇਰੇ ਧੌਲੇ ਆ ਗਏ। ਆਪਾਂ ਪਿੱਛੇ ਪੜ੍ਹਿਆ ਸੀਗਾ ਕਿ ਫਰੀਦਾ ਸਿਰ ਪਲਿਆ, ਦਾੜੀ ਪਲੀ, ਮੁੱਛਾਂ ਵੀ ਭਲੀਆਂ, ਰੇਮਨ ਗਹਿਰੇ ਬਾਵਰੇ, ਮਾਣੇ ਕਿਆ ਰਲੀਆਂ। ਐ ਮੂਰਖਾ, ਹੁਣ ਤੇ ਤੇਰੀ ਦਾੜੀ ਚਿੱਟੀ ਹੋ ਗਈ, ਤੇਰੀਆਂ ਮੁੱਛਾਂ ਚਿੱਟੀਆਂ ਹੋ ਗਈਆਂ, ਤੇਰੇ ਵਾਲ ਚਿੱਟੇ ਹੋ ਗਏ, ਤੂੰ ਬੁਢੇਪੇ 'ਚ ਆ ਗਿਆ, ਅਜੇ ਤੋਂ ਰੰਗ ਰਲੀਆਂ ਮਾਰਨਾ ਚਾਹੁੰਦਾ। ਵਾਸ਼ਨਾਵਾਂ ਨਹੀਂ ਛੱਡਦੀਆਂ, ਵਾਸ਼ਨਾਵਾਂ ਨਹੀਂ ਛੱਡਦੀਆਂ, ਨਾ ਮਾਇਆ ਦੀ ਵਾਸ਼ਨਾ, ਨਾ ਕਾਮ ਦੀ ਵਾਸ਼ਨਾ, ਨਾ ਕੋਈ ਹੋਰ ਵਾਸ਼ਨਾ, ਇਹ ਛੱਡਦੀਆਂ ਨੇ। ਮੈਂ ਪਿੱਛੇ ਇੱਕ ਦਿਨ ਬੇਨਤੀ ਕੀਤੀ ਸੀਗੀ ਕਿ ਜਿਉਂ-ਜਿਉਂ ਮਨੁੱਖ ਦੀ ਉਮਰ ਪੱਕਦੀ ਹੈ, ਅਸੀਂ ਸੋਚਦੇ ਤਾਂ ਇਹ ਜਵਾਨੀ ਵਿੱਚ, ਵੀ ਬੁਢਾਪੇ 'ਚ ਜਿਹੜਾ ਆਪਾਂ ਬਿਲਕੁਲ ਸੰਤ ਸੁਭਾਅ ਬਣ ਜਾਣਾ, ਪਰ ਬੁਢਾਪੇ 'ਚ ਆ ਕੇ ਤੇ ਉਲਟਾ ਪਟਣਾ, ਜਿਹੜੀਆਂ ਵਾਸ਼ਨਾਵਾਂ ਨੇ ਵੱਧਦੀਆਂ ਨੇ। ਜਿਵੇਂ ਕੋਈ ਤੁਸੀਂ ਦੇਖੋ ਨਾ, ਅਸੀਂ ਕੋਈ ਦਰਖਤ ਉਗਾਉਂਦੇ ਹਾਂ ਤੇ ਜਿਸ ਵੇਲੇ ਦਰਖਤ ਜਵਾਨੀ 'ਚ ਹੁੰਦਾ ਹੈ ਤੇ ਉਹਨੂੰ ਥੋੜੇ ਫਲ ਲੱਗਦੇ, ਜਿਉਂ-ਜਿਉਂ ਦਰਖਤ ਵੱਡਾ ਹੋਈ ਜਾਂਦਾ ਨਾ, ਉਹਨੂੰ ਫਲ ਜ਼ਿਆਦਾ ਲੱਗਦੇ ਨੇ। ਇਸੇ ਤਰ੍ਹਾਂ ਮਨੁੱਖ ਜਿਉਂ-ਜਿਉਂ ਇਹਦੀ ਉਮਰ ਵੱਧਦੀ ਹੈ ਨਾ, ਇਹਨੂੰ ਜੇ ਤਾਂ ਚੰਗੇ ਫਲ ਲੱਗਣ ਫਿਰ ਤੇ ਮੁਬਾਰਕ ਹੈ, ਪਰ ਆਮ ਹਾਲਤਾਂ ਵਿੱਚ ਇਹਨੂੰ, ਇਹ ਜਿਹੜੇ ਵਿਕਾਰ ਨੇ, ਇਹ ਵੱਧਦੇ ਹੀ ਜਾਂਦੇ ਨੇ, ਵੱਧਦੇ ਹੀ ਜਾਂਦੇ ਨੇ। ਜੇ ਲੋਭ ਦੀ ਗੱਲ ਲੈ ਲਓ, ਮੋਹ ਦੀ ਗੱਲ ਲੈ ਲਓ, ਜਿਸ ਵੇਲੇ ਜਵਾਨ ਸੀ ਉਸ ਵੇਲੇ ਮਾਤਾ ਪਿਤਾ ਦਾ ਫਿਕਰ ਸੀ, ਵਿਆਹ ਗਿਆ ਤੇ ਔਰਤ ਦਾ ਫਿਕਰ ਪੈ ਗਿਆ, ਭਾਵ ਇਹ ਉਧਰ ਧਿਆਨ ਚਲਾ ਗਿਆ। ਫਿਰ ਬੱਚੇ ਹੋਏ ਤੇ ਬੱਚਿਆਂ ਦਾ ਧਿਆਨ ਚਲਾ ਗਿਆ। ਜਿਸ ਵੇਲੇ ਬੁੱਢਾ ਹੋ ਗਿਆ ਤੇ ਫਿਰ ਔਰਤ ਦਾ ਵੀ ਧਿਆਨ ਹੈ, ਬੱਚਿਆਂ ਦਾ ਵੀ ਧਿਆਨ ਹੈ, ਪੋਤਿਆਂ ਦਾ ਵੀ ਧਿਆਨ ਹੈ, ਦੋਤੀਆਂ ਦਾ ਵੀ ਧਿਆਨ ਹੈ। ਹੱਦ ਹੋ ਗਈ ਹੈ। ਇਹ ਤੇ ਜਿਹੜੇ ਨੇ, ਇਹ ਤੇ ਸਾਰੇ ਵਧੀ ਜਾਂਦੀਆਂ, ਅੰਗੇਜਮੈਂਟਸ ਬਹੁਤ ਵੱਧ ਜਾਂਦੀਆਂ ਨੇ। ਪੁੰਡਰ ਕੇਸ ਕਿਸਮ ਤੇ ਧੌਲੇ, ਸਪਤ ਪਤਾਲ ਕੀ ਬਾਣੀ। ਸਪਤ ਹੁੰਦਾ ਸਤਵਾਂ, ਸਤਵੇਂ ਪਤਾਲ ਤੋਂ ਭਾਵ ਜਿਸ ਵੇਲੇ ਬੋਲਦਾ ਇਹਦੀ ਆਵਾਜ਼ ਮੱਧਮ ਪੈ ਜਾਂਦੀ ਹੈ। ਐਂ ਤੁਸੀਂ ਦੇਖਿਆ ਹੋਣਾ, 2-3 ਵਾਰੀ ਮੈਨੂੰ ਤੇ ਘੰਗੂਰਾ ਮਾਰਨਾ ਪਿਆ। ਇਹ ਕੁਦਰਤ ਹੈ ਭਾਈ, ਇਹ ਨੈਚੁਰਲ ਹੈ ਕਿ ਜੋ ਬੰਦਾ ਬੁੱਢਾ ਹੁੰਦਾ ਨਾ, ਉਹਦੀਆਂ ਇਹ ਜਿਹੜੀ ਮਸ਼ੀਨਰੀ ਹੈ ਨਾ, ਸਰੀਰ ਰੂਪ ਮਸ਼ੀਨਰੀ, ਇਹ ਕਿਉਂਕਿ ਘਸ ਜਾਂਦੀ ਹੈ, ਨੈਚੁਰਲੀ ਦੀ ਆਊਟਪੁੱਟ ਤੇ ਉਹ ਨਹੀਂ ਨਾ ਰਹਿਣੀ, ਫਰਕ ਤੇ ਪੈਣਾ ਹੀ ਹੈ ਨਾ। ਇਸ ਕਰਕੇ ਪੁੰਡਰ ਕੇਸ ਕੁਸਮ ਤੇ ਧੌਲੇ, ਸ਼ਬਦ ਪਤਾਲ ਕੀ ਬਾਣੀ, ਭਾਵ ਹੈ ਤੇ ਕੇਸ ਧੌਲੇ ਹੋ ਗਏ, ਚਿੱਟੇ ਹੋ ਗਏ, ਔਰ ਆਵਾਜ਼ ਬੜੀ ਧੀਮੀ ਪੈ ਗਈ।
ਹੁਣ ਜੋ ਆਪਾਂ ਬਜ਼ੁਰਗ ਹੁੰਦੇ ਹਾਂ ਨਾ, ਸਾਡੀ ਆਵਾਜ਼ ਧੀਮੀ ਪੈ ਜਾਂਦੀ ਹੈ। ਤੇ ਹੋਰ ਕੀ ਹੁੰਦਾ, ਲੋਚਨ ਸਮੇਂ ਬੁੱਧ ਬਲ ਨਾਠੀ। ਫਿਰ ਲੋਚਨ ਮੈਨੇ ਅੱਖਾਂ, ਸਮੇਂ ਦਾ ਮਤਲਬ ਨੇ ਚੋਣੀਆਂ, ਅੱਖਾਂ ਚੋਂ ਪਾਣੀ ਚੋਣਾ। ਮੈਂ ਅਰਥ ਦੇਖ ਰਿਹਾ ਸਾਂ ਇਹਦੇ ਮਹਾਨਕੋਸ਼ ਦੇ ਵਿੱਚ, ਸਮੇਂ ਲਫ਼ਜ਼ ਜਿਹੜਾ ਸ਼ਬਦ ਲਫ਼ਜ਼ ਹੈਗਾ, ਮਾਂ ਦੀ ਥਾਂ ਤੇ ਵਵਾ, ਤੇ ਹਾਹੇ ਥਾਂ ਤੇ ਦਦਾ ਸ਼ਬਦ। ਸ਼ਬਦ ਮੈਂ ਹੁੰਦਾ ਪਾਣੀ ਦਾ ਟਿਪਕਣਾ, ਇਹ ਉੱਥੋਂ ਪੰਜਾਬੀ ਰੂਪੇ ਦਾ ਬਣਿਆ ਸਮੇਂ। ਲੋਚਨ ਸਮੇਂ ਬੁੱਧ ਬਲ ਨਾਠੀ, ਕਹਿੰਦੇ ਬੁੱਧ ਤੇ ਬਲ, ਬਲ ਮੈਨੇ ਸਰੀਰਕ ਬਲ ਤੇ ਬੁੱਧ ਮੈਨੇ ਮਤ। ਮਤ ਵੀ ਹੁਣ ਸਾਡੀ ਨਾ ਮੈਮਰੀ ਵੀਕ ਹੋ ਰਹੀ ਹੈ, ਕਈ ਚੀਜ਼ਾਂ ਭੁੱਲ ਜਾਂਦੀਆਂ ਨੇ। ਲੋਚਨ ਸਮੇਂ ਬੁੱਧ ਬਲ ਨਾਠੀ, ਅੱਖਾਂ ਚੋਂ ਪਾਣੀ ਵਹਿੰਦਾ, ਜਿਹੜੀ ਬੁੱਧੀ ਹੈ ਉਹ ਘਟ ਗਈ ਹੈ। ਸਰੀਰ ਦਾ ਜਿਹੜਾ ਸਾਡੇ ਸਰੀਰ ਜੋ ਪਹਿਲੇ ਬਲ ਸੀ, ਹੁਣ ਉਹ ਥੋੜਾ ਹੈਗਾ। ਜੋ ਜਵਾਨੀ ਵੇਲਾ ਬਲ ਸੀ ਲੱਭੀ, ਉਹ ਤਾਂ ਨਹੀਂ ਹੈਗਾ। ਔਰ ਇਸੇ ਤਰ੍ਹਾਂ ਬਾਣੀ ਚ ਲਿਖਿਆ ਕਿ ਨੈਨੋ ਨੀਰ ਬਹਿ ਤਨ ਚੀਨਾ, ਭੇ ਕੇ ਇਸ ਦੁਦਵਾਨੀ, ਰੂੰਦਾ ਕੰਠ ਸ਼ਬਦ ਨਹੀਂ ਉਤਰੇ, ਅਬ ਕਿਆ ਕਰੇ ਪ੍ਰਾਣੀ। ਉਹ ਭਲਿਆ, ਜਿਸ ਵੇਲੇ ਤੂੰ ਰੱਬ ਨੂੰ ਯਾਦ ਕਰਨਾ ਸੀ, ਉਸ ਵੇਲੇ ਤੂੰ ਮਸਤ ਰਿਹਾ, ਮੈਂ ਪੈਸੇ ਇਕੱਠੇ ਕਰ ਲਵਾਂ, ਮੈਂ ਦੌਲਤ ਇਕੱਠੀ ਕਰ ਲਵਾਂ, ਮੈਂ ਇਹ ਕਰ ਲਵਾਂ, ਮੈਂ ਉਹ ਕਰ ਲਵਾਂ, ਮੈਂ ਖਾ ਲਵਾਂ, ਹੰਢਾ ਲਵਾਂ, ਤੈਨੂੰ ਸਮਾਂ ਹੀ ਨਹੀਂ ਮਿਲਿਆ। ਤੇ ਹੁਣ ਜਿਸ ਵੇਲੇ ਨੈਨੋ ਨੀਰ ਬਹਿ ਤਨ ਚੀਨਾ, ਹੁਣ ਤੇਰੀਆਂ ਅੱਖਾਂ ਚੋਂ ਪਾਣੀ ਵਗਦਾ ਹੈ ਤੇ ਤੂੰ ਚੰਗੀ ਤਰ੍ਹਾਂ ਪੜ੍ਹ ਨਹੀਂ ਸਕਦਾ, ਸਰੀਰ ਤੇਰਾ ਕਮਜ਼ੋਰ ਹੋ ਗਿਆ ਤੇ ਤੂੰ ਆਪਣੇ ਆਪ ਦੌੜ ਭੱਜ ਕੇ ਤੂੰ ਸੰਗਤ ਵਿੱਚ ਜਾਣਾ ਚਾਹੇ। ਦੇਖੋ ਜਿਉਂ ਅੱਗੋਂ ਉਮਰ ਵੱਧਦੀ ਹੈ ਨਾ ਜੀ, ਐਸੀ ਸਟੇਜ ਵੀ ਆ ਜਾਂਦੀ ਹੈ ਕਿ ਫਿਰ ਬੰਦਾ ਬਿਲਕੁਲ ਡਿਪੈਂਡੈਂਟ ਹੋ ਜਾਂਦਾ ਬੱਚਿਆਂ ਤੇ, ਲੈ ਕੇ ਜਾਣ ਤੇ ਸੰਗਤ ਜਾਈਏ ਨਾ, ਕਿ ਆਪ ਤੁਰਨਾ ਔਖਾ ਹੋ ਜਾਂਦਾ, ਹੌਲੀ ਹੌਲੀ ਕਮਜ਼ੋਰ ਹੋ ਜਾਂਦਾ। ਤੋ ਇਸ ਕਰਕੇ ਇਹ ਸਾਰੀਆਂ ਗੱਲਾਂ ਜਿਹੜੀਆਂ ਇਕੱਠੀਆਂ ਹੋ ਜਾਂਦੀਆਂ ਨੇ। ਇਹ ਦੇਖੋ ਗੱਲ ਮੈਂ ਬੇਨਤੀ ਕਰਦਿਆਂ ਵੀ ਇਹ ਕੋਈ ਡਰਾਉਂਦੇ ਨਹੀਂ ਸਾਨੂੰ ਭਗਤ ਜੀ, ਸਾਨੂੰ ਸਗੋਂ ਮੋਟੀਵੇਟ ਕਰਦੇ ਨੇ ਕਿ ਭਲਿਆ ਇਹ ਦਿਨ ਆਉਣੇ ਨੇ ਸਾਰਿਆਂ ਤੇ ਕਿਉਂ ਨਾ ਤੂੰ ਹੁਣ, ਜਿਸ ਵੇਲੇ ਤੇਰੇ ਕੋਲ ਸਮਾਂ, ਦੇਖੋ ਜਿਸ ਵੇਲੇ ਵਪਾਰ ਕਰਨਾ ਹੋਵੇ, ਇਸ ਕਹਿੰਦੇ ਲੈ ਵੀ ਹੁਣ ਨਹੀਂ ਵਪਾਰ ਕਰਨਾ, ਬੁੱਢੇ ਹੋ ਕੇ ਸਾਡੇ ਕੋਲ ਥੋੜਾ ਕਰਨਾ ਹੈ, ਠੀਕ ਹੈ, ਚੰਗੀ ਗੱਲ ਹੈ। ਤੇ ਇਸ ਤਰ੍ਹਾਂ ਕਦੀ ਇਹ ਵੀ ਸੋਚੀ ਹੈ ਵੀ ਆਤਮਿਕ ਵਪਾਰ ਵੀ ਹੁਣੇ ਹੀ ਕਰ ਲਈਏ, ਬੁੱਢੇ ਹੋ ਕੇ ਸ਼ਾਇਦ ਨਾ ਹੋ ਸਕੇ। ਇਹੀ ਗੱਲ ਤੇ ਸਾਨੂੰ ਵਾਰਨਿੰਗ ਤਿਆਰੀ ਕਿ ਲੋਚਨ ਸਮੇਂ ਬੁੱਧ ਬਲ ਨਾਠੀ, ਤੇ ਇੱਕ ਪਾਸੇ ਅੱਖਾਂ 'ਚ ਪਾਣੀ ਵਗ ਰਿਹਾ, ਸਰੀਰ ਕਮਜ਼ੋਰ ਹੋ ਗਿਆ, ਮੈਮਰੀ ਵੀਕ ਹੋ ਗਈ ਹੈ। ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ, ਤਾਂ ਕਾਮ ਪਵਸ ਮਧਾਣੀ, ਉਸ ਅਵਸਥਾ 'ਚ ਵੀ ਆ ਕੇ ਕਾਮ ਵਾਸ਼ਨਾ ਮਧਾਣੀ ਪਾਉਂਦੀ ਹੈ। ਹੁਣ ਮਧਾਣੀ ਤੋਂ ਕੀ ਮਤਲਬ ਹੈ? ਦੇਖੋ ਮਧਾਣੀ ਜਦ, ਹੁਣ ਤੇ ਸਾਨੂੰ ਹਰ ਚੀਜ਼ ਜਿਹੜੀ ਹੈ ਨਾ, ਅਸੀਂ ਮਾਲ ਤੇ ਜਾਣੇ ਸਾਨੂੰ ਬਟਰ ਮਿਲ ਜਾਂਦਾ ਤੇ ਸਭ ਕੁਝ ਮਿਲ ਜਾਂਦਾ, ਪਰ ਮਧਾਣੀ ਜਿਹੜੇ ਮੇਰੀ ਉਮਰ ਦੇ ਨੇ ਜਾਂ ਉਸ ਤੋਂ ਬਾਅਦ ਵੀ ਥੋੜੇ ਉਹਨਾਂ ਤੇ ਪਤਾ, ਛੋਟੇ ਬੱਚਿਆਂ ਨੂੰ ਭਾਵੇਂ ਨਾ ਪਤਾ ਹੋਵੇ। ਤੋਂ ਮਧਾਣੀ ਪਿੱਛੇ ਵੀਰ ਕੁਲਵੰਤ ਸਿੰਘ ਨੇ ਕਿਹਾ ਸੀ ਨਾਲ ਦਿਖਾਣੀ ਚਾਹੀਦੀ ਪਿਕਚਰ, ਇਹ ਮੇਰੀ ਗਲਤੀ ਹੈ, ਮੈਨੂੰ ਪਿਕਚਰ ਦਿਖਾਣੀ ਚਾਹੀਦੀ ਸੀ। ਮਧਾਣੀ 'ਚ ਕੀ ਹੁੰਦਾ ਜੀ, ਉਹ ਜਿਸ ਵੇਲੇ ਦੁੱਧ ਰਿੜਕਣਾ ਹੁੰਦਾ ਨਾ ਜੀ, ਭਾਵ ਦਹੀਂ ਬਣਾ ਕੇ, ਤੇ ਉਹਦੇ 'ਚ ਚਾਟੀ 'ਚ ਦੁੱਧ ਪਿਆ ਹੁੰਦਾ, ਤੇ ਮਧਾਣੀ ਜਿਹੜੀ ਹੈ ਨਾ, ਉਹ ਆਪਾਂ ਨੇਤਰੇ ਦੇ ਨਾਲ ਗੜ ਕਰਕੇ ਰਿੜਕਦੇ ਆ ਨਾ। ਰਿੜਕਣ ਨਾਲ ਕੀ ਹੈ ਕਿ ਉਸ ਦਹੀਂ ਦਾ ਸਾਰਾ ਜਿਹੜਾ ਮੱਖਣ ਹੈ ਉਹ ਤਰ ਕੇ ਉੱਤੇ ਆ ਜਾਂਦਾ ਹੈ, ਤੇ ਉਹ ਕੱਢ ਲੈਂਦੇ ਨੇ, ਬਾਕੀ ਕੀ ਰਹਿ ਜਾਂਦੀ ਜੀ? ਲੱਸੀ। ਇਸੇ ਤਰ੍ਹਾਂ ਜਿਹੜੀ ਕਾਮ ਵਾਸ਼ਨਾ ਨਾ, ਇਹ ਇੱਕ ਤਰ੍ਹਾਂ ਦੀ ਮਧਾਣੀ ਹੈ, ਇਹ ਸਾਡੇ ਅੰਦਰੋਂ ਰਿੜਕ ਕੇ, ਜਿੰਨੇ ਅਸੀਂ ਕੰਮ ਉਤਰਨੇ ਆ, ਰਿੜਕ ਕੇ ਸਾਡੇ ਅੰਦਰੋਂ ਸਭ ਕੁਝ ਹੀ ਕੱਢ ਲੈਂਦੇ। ਜਿਵੇਂ ਦੁੱਧ ਚੋਂ ਮੱਖਣ ਕੱਢਿਆ ਜਾਂਦਾ ਨਾ, ਇਸ ਤਰ੍ਹਾਂ ਸਾਡੇ ਅੰਦਰ ਸਾਰੇ ਦੇਵੀ ਗੁਣ ਕੱਢ ਦਿੰਦੇ। ਮੈਂ ਫਿਰ ਬੇਨਤੀ ਕਰਨ ਲੱਗਿਆ, ਜਿਸ ਤਰ੍ਹਾਂ ਮਧਾਣੀ ਦੁੱਧ ਰਿੜਕ ਕੇ ਉਹਦੇ ਜਿਹੜਾ ਅਸਲੀ ਤੱਤ ਹੈ ਵਿੱਚੋਂ, ਉਹ ਮੱਖਣ, ਉਹਨੂੰ ਕੱਢ ਦਿੰਦੀ, ਬਾਕੀ ਕੀ ਰਹਿ ਜਾਂਦਾ ਜੀ? ਛਾਛ, ਜਿਹਨੂੰ ਲੱਸੀ ਕਹਿੰਦੇ ਆ, ਠੀਕ ਹੈ। ਇਸੇ ਤਰ੍ਹਾਂ ਜਿਹੜੀ ਕਾਮ ਦੀ ਮਧਾਣੀ ਹੈ ਨਾ, ਇਹ ਮਨੁੱਖ ਦੇ ਅੰਦਰੋਂ ਸਾਰੇ ਦੇਵੀ ਗੁਣ ਜਿਹੜੇ ਨੇ, ਮੱਖਣ ਵਰਗੇ ਦੇਵੀ ਗੁਣ ਤੇ ਕੱਢ ਦਿੰਦੀ ਹੈ, ਬਾਕੀ ਕੀ ਰਹਿ ਜਾਂਦੀ ਹੈ? ਸਵਾ। ਤਾਂ ਕਰਕੇ ਕਿਹਾ ਇੱਥੇ ਭਗਤ ਜੀ ਨੇ, ਲੋਚਨ ਸਮੇਂ ਬੁੱਧ ਬਲ ਨਾਠੀ, ਤਾਂ ਕਾਮ ਪਵਸ ਮਧਾਣੀ, ਇਹਦੇ ਅੰਦਰ ਕੁਛ ਰਹਿ ਨਹੀਂ ਦਿੰਦਾ। ਬਾਣੀ 'ਚ ਆਇਆ ਨਾ, ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਢਲ ਹੈ। ਇਹ ਤੇ ਐਸੀ ਮਧਾਣੀ ਹੈ, ਇਹ ਸਾਡੇ ਅੰਦਰ ਕੋਈ ਗੁਣ ਰਹਿ ਨਹੀਂ ਦਿੰਦੀ। ਦੇਖੋ ਜਿਹੜਾ ਕਾਮੀ ਪੁਰਸ਼ ਹੈ ਨਾ, ਉਹ ਜੇ ਉਹਦਾ ਜਿਸਲੇ ਗੁਲਾਮ ਹੋ ਜਾਂਦਾ ਨਾ, ਉਹ ਕੋਈ ਮੰਦਾ ਕੰਮ ਕਰਨ ਤੋਂ ਗੁਰੇਜ਼ ਨਹੀਂ ਕਰਦਾ, ਤੇ ਚੰਗਾ ਕੰਮ ਤਾਂ ਉਹਦੇ 'ਚ ਰਹਿੰਦਾ ਹੀ, ਕਿਉਂਕਿ ਤੇ ਕਾਮ ਵਾਸ਼ਨਾ ਨੇ ਖਾ ਲਿਆ ਹੁੰਦਾ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਉਹ ਸਭ ਕੁਝ ਖਤਮ ਹੋ ਜਾਂਦਾ। ਚਲੋ ਮੈਂ ਅੱਗੇ ਚੱਲਾਂ ਕਿਉਂਕਿ ਸਮਾਂ ਹੋ ਰਿਹਾ। ਤਾਂ ਤੇ ਬਿਖੈ ਭਈ ਮਤ ਭਾਵਸ, ਕਾਇਆ ਕਮਲ ਕੋ ਬੁਲਾਣੀ। ਫਿਰ ਕੀ ਹੋ ਜਾਂਦਾ ਜੀ? ਤਾਂ ਤੇ ਬਿਖੈ ਭਈ ਮਤ ਭਾਵਸ, ਕਹਿੰਦੇ ਫਿਰ ਬਿਖੈ ਮੈਨੇ ਜ਼ਹਿਰ, ਤੇ ਜ਼ਹਿਰ ਦੇ ਵਿੱਚ ਇਹ ਜਿਹੜੀ ਜ਼ਹਿਰ ਰੂਪ ਚੀਜ਼ਾਂ ਨਾ, ਭਾਵ ਵਾਸ਼ਨਾਵਾਂ, ਪਾਵਸ ਮੈਨੇ ਪਾਉਂਦੀਆਂ ਹਨ, ਟੂ ਡ੍ਰੌਪ, ਝੜੀ ਲੱਗਦੀ ਹੈ। ਜਿਹੜੀ ਲਹਿੰਦੀ ਪੰਜਾਬੀਆਂ ਦੇ, ਜਿਹੜੇ ਲੋਕ ਰਾਵਲਪਿੰਡੀ ਜਾਂ ਉਸ ਪਾਸੇ ਦੇ ਰਹਿਣ ਵਾਲੇ ਨੇ, ਉਹ
ਅਸੀਂ ਲੋਕ ਉੱਥੇ ਜਿਹੜੀ ਬੋਲੀ ਬੋਲਦੇ ਨੇ ਉੱਥੇ ਇਹੀ ਹੈ ਬਈ ਇਹ ਪਾਵਸ ਪਾਵੇਗਾ, ਅਸੀਂ ਕਹਿੰਦੇ ਪਾਵੇਗਾ ਆਪਾਂ ਕਰਾਂਗੇ, ਉਹ ਕਹਿੰਦੇ ਕਰਸੀ। ਇਸ ਤਰ੍ਹਾਂ ਪਾਵਸ, ਪਾਵਸ ਦਾ ਮਤਲਬ ਪੈਂਦੀ ਹੈ, ਪੈਂਦੀ ਮਤਲਬ ਝੜੀ ਲੱਗਦੀ ਹੈ, ਜਿਵੇਂ ਮੀਂਹ ਦੀ ਝੜੀ ਲੱਗਦੀ ਹੈ ਨਾ, ਇਸੇ ਤਰ੍ਹਾਂ ਤਾਂ ਤੇ ਵਿਖੇ ਭਈ ਮਤ ਪਾਵਸ ਕਾਇਆ ਕਮਲ ਕੋਲਾ। ਫਿਰ ਕਹਿੰਦਾ ਵਿਸ਼ਿਆਂ ਦੀਆਂ ਝੜੀਆਂ ਲੱਗ ਜਾਂਦੀਆਂ ਨੇ, ਤੇ ਇਹ ਜਿਹੜਾ ਸਰੀਰ ਹੈ ਨਾ, ਕਾਇਆ ਸਰੀਰ, ਕਮਲ ਮੈਨੇ ਕਮਲ ਵਰਗਾ, ਕੁਮਲਾਣਾ ਮੈਨੇ ਕੁਮਲਾ ਜਾਂਦਾ ਹੈ। ਜਿਵੇਂ ਕਮਲ ਦਾ ਫੁੱਲ ਜਿਸ ਵੇਲੇ ਮੀਂਹ ਭਾਰੀ ਪੈਂਦਾ ਤੇ ਉਹ ਕੁਮਲਾ ਜਾਂਦਾ, ਕਿਉਂਕਿ ਕਮਲ ਦਾ ਫੁੱਲ ਜਿਹੜਾ ਉਹਦਾ ਸੰਬੰਧ ਹੈ ਸੂਰਜ ਦੇ ਨਾਲ। ਸੂਰਜ ਚੜ੍ਹਦਾ ਖਿੜ ਜਾਂਦਾ, ਸੂਰਜ ਡੁੱਬਦਾ ਉਹ ਮਿਸ ਜਾਂਦਾ, ਤੇ ਮੀਂਹ ਪਵੇ ਤੇ ਉਹਦਾ ਰਹਿੰਦਾ ਹੀ ਕੱਖ ਨਹੀਂ, ਕੁਮਲਾ ਜਾਂਦਾ ਹੈ। ਇਸੇ ਤਰ੍ਹਾਂ ਜਿਸ ਵੇਲੇ ਸਾਡੇ ਤੇ ਕਾਮ ਵਾਸ਼ਨਾ ਜਾਂ ਬਾਕੀ ਬੁਰੀਆਂ ਵਾਸ਼ਨਾਵਾਂ ਦੀ ਝੜੀ ਲੱਗਦੀ ਹੈ ਤਾਂ ਇਹ ਕਾਇਆ ਕੁਮਲਾ ਜਾਂਦੀ ਹੈ। ਉਹਦਾ ਕਾਰਨ ਇਹ ਹੈ ਕਿ ਜਿਹੜਾ ਗਿਆਨ ਰੂਪ ਸੂਰਜ ਹੈ, ਜਿਹੜਾ ਰੱਬੀ ਗਿਆਨ ਰੂਪ ਸੂਰਜ ਹੈ, ਉਹ ਤੇ ਹੁੰਦਾ ਨਹੀਂ, ਕਿਉਂਕਿ ਜਿਸ ਵੇਲੇ ਮੀਂਹ ਪਵੇ ਤੇ ਸੂਰਜ ਹਟ ਜਾਂਦਾ ਤੇ ਸਾਡਾ ਗਿਆਨ ਤੋਂ ਅਸੀਂ ਅਗਿਆਨੀ ਹੋ ਜਾਂਦੇ ਹਾਂ। ਜੋ ਉੱਪਰ ਵੀ ਆਇਆ ਸੀ, ਗਿਆਨ ਤੋਂ ਅਗਿਆਨੀ ਹੋ ਜਾਂਦੇ ਹਾਂ। ਸਾਡੀ ਕਾਇਆ ਜਿਹੜੀ ਕਮਲ, ਕਾਇਆ ਰੂਪ ਕਮਲ ਜਿਹੜਾ ਉਹ ਕੁਮਲਾ ਜਾਂਦਾ, ਭਾਵ ਸਰੀਰ ਸਾਡਾ ਢਲਕ ਜਾਂਦਾ ਹੈ। ਫਿਰ ਕੀ ਹੁੰਦਾ, ਅਵਗਤ ਬਾਣ ਛੋੜ ਬ੍ਰਿਤ ਮੰਡਲ ਤੋਂ ਪਾਛੈ ਪਛਤਾਣਾ। ਅਵਿਅਕਤ ਲਫ਼ਜ਼ ਜਿਹੜਾ ਇਹ ਅਵਿਅਕਤ ਲਫ਼ਜ਼ ਤੋਂ ਬਣਿਆ। ਇਹ ਦੋ ਤਰ੍ਹਾਂ ਨਾਲ ਆਉਂਦਾ ਪੰਜਾਬੀ ਇਹ ਗੁਰਬਾਣੀ ਵਿੱਚ, ਇਹ ਬੱਬੇ ਨਾਲ ਵੀ ਆਉਂਦਾ, ਤਵਵੇ ਨਾਲ ਵੀ ਆਉਂਦਾ। ਫਿਰ ਇਹਦੇ ਦੋ ਰੂਪ ਨੇ, ਇੱਕ ਨੂੰ ਆਪਾਂ ਅਵਗਤ ਪੜ੍ਹਦੇ ਹਾਂ, ਇੱਕ ਨੂੰ ਅਭਿਗਤ ਪੜ੍ਹਦੇ। ਜਿੱਥੇ ਤੇ ਆਵੇ ਰੱਬ ਲਈ ਉੱਥੇ ਅਭਿਗਤ ਪੜ੍ਹਨਾ, ਅਵਿਅਕਤ ਜਿਹੜਾ ਦਿਸਦਾ ਨੇ, ਪਰ ਜਿੱਥੇ ਮਾੜੀ ਗਤੀ ਲਈ ਆਵੇ ਉੱਥੇ ਅਵਗਤ ਪੜ੍ਹਦੇ। ਤੋਂ ਪਾਠ ਕਰਨ ਲੱਗਿਆ ਸਾਧ ਸੰਗਤ ਜੀ ਦਾ ਧਿਆਨ ਰੱਖਣਾ, ਇਹ ਹੈ ਅਵਿਗਤ ਬਾਣ, ਭਾਵ ਇਹ ਹੈ ਉਸ ਵਾਹਿਗੁਰੂ ਦੀ ਬਾਣੀ ਚੰਗੇ ਉਪਦੇਸ਼ਾਂ ਨੂੰ ਛੱਡ ਕੇ ਕੀ ਕਰਦਾ, ਮ੍ਰਿਤ ਮੰਡਲ ਤੋਂ ਪਾਛੈ ਪਛਤਾਣਾ। ਇਹ ਹੁਣ ਇਹਦੇ ਹੱਥ, ਕਿਉਂਕਿ ਦੀ ਕਾਇਆ ਕਮਲ ਕੁਮਲਾ ਗਈ ਹੈ, ਇਹਦੇ ਹੱਥ ਹੁਣ ਕੇਵਲ ਇੱਕ ਪਛਤਾਵਾ ਹੀ ਰਹਿ ਗਿਆ। ਤੋਂ ਅਖੀਰਲੀ ਜਿਹੜਾ ਬੰਦ ਹੈ ਉਹਦੇ ਚ ਭਗਤ ਜੀ ਕਹਿੰਦੇ ਨੇ, ਨਿਕਟੀ ਦੇ ਦੇਖ ਤੁਹਾਨੂੰ ਉਪਜੈ ਮਾਨ ਕਰਤ ਨਹੀਂ ਬੂਝੈ। ਨਿਕਟੀ ਦੇ ਦੇਖ ਤੋਂ ਉਪਜੈ, ਨਿਕਟੀ ਮੈਨੇ ਨਿੱਕੀ ਜਿਹੀ, ਦੇ ਮੈਨੇ ਸਰੀਰ, ਦੇਖ ਮੈਨੇ ਦੇਖਣਾ, ਤੇ ਧੁਨ ਮੈਨੇ ਪਿਆਰ ਦੀ ਆਵਾਜ਼। ਨਿਕਟੀ ਦੇ ਦੇਖ ਧੁਨ ਉਪਜੈ, ਭਾਵ ਜਿਸ ਵੇਲੇ ਮਨੁੱਖ ਬਜ਼ੁਰਗ ਹੋ ਜਾਂਦਾ ਨਾ ਤੇ ਉਹਦੇ ਆਲੇ ਦੁਆਲੇ ਨਾ ਉਹਦੇ ਪੁੱਤ ਪੋਤਰੇ, ਛੋਟੇ ਛੋਟੇ ਨਿੱਕੇ ਬਾਲ ਉਹਦੇ ਆਉਂਦੇ ਨੇ ਤੇ ਉਹਨੂੰ ਬੜਾ ਚੰਗਾ ਲੱਗਦਾ, ਬੜਾ ਚੰਗਾ ਲੱਗਦਾ। ਦੇਖੋ ਚੰਗਾ ਲੱਗਣਾ ਚਾਹੀਦਾ, ਮੈਂ ਬਾਰ-ਬਾਰ ਕਹਿ ਰਿਹਾ, ਮੈਂ ਨਹੀਂ ਕਹਿੰਦਾ ਕਿ ਅਸੀਂ ਕੋਈ ਘਰ ਦਾ ਤਿਆਗ ਕਰਨਾ, ਚੰਗਾ ਲੱਗਣਾ ਚਾਹੀਦਾ, ਪਰ ਗੱਲ ਹਰ ਵੇਲੇ ਯਾਦ ਰੱਖਣਾ ਚਾਹੀਦਾ, ਜਿਸ ਵੇਲੇ ਅਸੀਂ ਆਪਣੇ ਪੋਤੇ ਦੋਤਿਆਂ ਪੋਤੀਆਂ ਦੋਤੀਆਂ ਨੂੰ ਦੇਖੀਏ, ਸਾਨੂੰ ਚੰਗੇ ਲੱਗਦੇ ਨੇ, ਪਿਆਰ ਕਰਦੇ ਹਾਂ, ਤੇ ਉਸ ਵੇਲੇ ਸਾਡਾ ਮਨ ਜਿਹੜਾ ਹੈ ਉਹ ਰੱਬ ਦੇ ਚਰਨਾਂ 'ਚ ਝੁਕ ਜਾਏ। ਸਤਿਗੁਰੂ ਸੱਚੇ ਪਾਤਸ਼ਾਹ ਕਹੋ ਨਾਨਕ ਸਭ ਤੇਰੀ ਵਡਿਆਈ, ਪਾਤਸ਼ਾਹ ਸਭ ਤੇਰੀ ਬਖਸ਼ਿਸ਼ ਹੈ, ਮਹਾਰਾਜ ਦੀ ਬਖਸ਼ਿਸ਼ ਸਮਝੀ। ਰੱਬ ਨਾ ਭੁੱਲੇ, ਸਾਨੂੰ ਉਹਨਾਂ 'ਚ ਰੱਬ ਦਿਸੇ ਵੀ ਇਹ ਛੋਟੇ ਛੋਟੇ ਬੱਚੇ ਨੇ, ਉਹਨਾਂ 'ਚ ਰੱਬ ਦਾ ਦਰਸ਼ਨ ਕਰੋ। ਤੁਹਾਡੀ ਇਸਤਰੀਆਂ 'ਚ ਰੱਬ ਦਾ ਦਰਸ਼ਨ ਕਰੋ, ਤੁਹਾਡੀ ਨੂੰਹ ਧੀਆਂ 'ਚ ਰੱਬ ਦਾ ਦਰਸ਼ਨ ਕਰੋ, ਪੁੱਤਰਾਂ 'ਚ ਰੱਬ ਦਾ ਦਰਸ਼ਨ ਕਰੋ। ਇਹ ਸੰਸਾਰਕ ਰਿਸ਼ਤੇ ਤੇ ਝੂਠੇ ਨੇ, ਰੱਬ ਦਾ ਦਰਸ਼ਨ ਕਰਾਂਗੇ ਤੇ ਆਤਮਿਕ ਸੰਬੰਧ ਸਾਡਾ ਸਦਾ ਹੀ ਬਣਿਆ ਰਹੇਗਾ। ਖੈਰ ਮੈਂ ਚੱਲਾਂ, ਸਮਾਂ ਹੋ ਗਿਆ। ਨਿਕਟੀ ਦੇ ਦੇਖ ਤੋਂ ਉਪਜੈ ਮਾਨ ਕਰਤ ਨਹੀਂ ਬੂਝੈ, ਫਿਰ ਬੜਾ ਮਾਣ ਕਰ, ਮੈਂ ਬੇਨਤੀ ਕੀਤੀ ਹੈ ਨਾ, ਦੇਖਣਾ ਚਾਹੀਦਾ ਪਰਿਵਾਰ ਨੂੰ, ਦੇਖਣਾ ਚਾਹੀਦਾ, ਪਿਆਰ ਕਰਨਾ ਚਾਹੀਦਾ, ਪਰ ਹੰਕਾਰ ਨਹੀਂ ਕਰਨਾ ਚਾਹੀਦਾ ਵੀ ਦੇਖਿਆ ਮੇਰਾ ਪਰਿਵਾਰ ਹੈ, ਮੇਰਾ ਵਪਾਰ ਹੈ, ਮੇਰਾ ਸਭ ਕੁਝ ਨਹੀਂ, ਕਿ ਆਖੀਏ ਸਭ ਕੁਝ ਵਾਹਿਗੁਰੂ ਜੀ ਦਾ। ਨਿਕਟੀ ਦੇ ਦੇਖ ਤੋਂ ਉਪਜੈ ਮਾਨ ਕਰਤ ਨਹੀਂ ਬੂਝੈ। ਮੈਨੂੰ ਯਾਦ ਹੈ ਜਲੰਧਰ ਇੱਕ ਭੈਣ ਜੀ ਨੇ, ਉਹ ਸਾਡੇ ਲਾਗੇ ਰਹਿੰਦੇ ਉੱਥੇ, ਤੇ ਉਹ ਉਹਨਾਂ ਦੇ ਜਿਸ ਵੇਲੇ ਬੜੇ ਵਾਹਿਗੁਰੂ ਜੀ ਦੀ ਕਿਰਪਾ ਉਹਨਾਂ ਦੀ ਜੁੜੇ ਰਹਿੰਦੇ ਨੇ ਮਹਾਰਾਜ ਨਾਲ, ਤੇ ਉਹ ਜਿਸ ਵੇਲੇ ਬੱਚੇ ਆਉਣਗੇ, ਕੋਈ ਗੱਲ ਹੋਏਗੀ ਤੇ ਉਹ ਕਹਿਣਗੇ ਇਹ ਗੁਰੂ ਨਾਨਕ ਦੀ ਸੰਗਤ। ਉਹਨੇ ਕਦੇ ਕਿਹਾ ਮੇਰਾ ਪੋਤਰਾ ਹੈ, ਮੇਰਾ ਪੁੱਤਰ ਹੈ, ਮੇਰੀ ਧੀ ਹੈ, ਮੇਰਾ ਨਹੀਂ, ਇਹ ਗੁਰੂ ਨਾਨਕ ਦੀ ਸੰਗਤ। ਮੈਂ ਸਮਝਦਾ ਵੀ ਮੈਨੂੰ ਪਤਾ ਨਹੀਂ ਤੁਸੀਂ ਕਿਸ ਤਰ੍ਹਾਂ ਲਓ, ਪਰ ਮੈਨੂੰ ਬੜਾ ਚੰਗਾ ਲੱਗਦਾ ਸੀ, ਕਹਿੰਦੀ ਗੁਰੂ ਨਾਨਕ ਦੀ ਸੰਗਤ, ਵੀ ਮੇਰਾ ਕੁਛ ਨਹੀਂ ਤੇ ਗੁਰੂ ਨਾਨਕ ਦੀ ਸੰਗਤ ਹੈ। ਤੇ ਇਸ ਕਰਕੇ ਸਾਨੂੰ, ਪਰ ਹੁੰਦਾ ਕੀ ਹੈ ਆਮ ਹਾਲਤਾਂ ਜੋ ਭਗਤ ਜੀ ਦੱਸ ਰਹੇ ਨੇ ਕਿ ਨਿਕਟੀ ਦੇ ਦੇਖ ਤੋਂ ਉਪਜੈ ਮਾਨ ਕਰਤ ਨਹੀਂ ਬੂਝੈ, ਸਮਝਦਾ ਨਹੀਂ ਕਿ ਤੇਰਾ ਸਭ ਕੁਝ ਨਹੀਂ ਹੈ, ਇਹ ਤੇ ਮਾਨ ਕਰਦਾ ਮੇਰੇ ਪੋਤਰੇ ਨੇ ਜੀ, ਮੇਰਾ ਪਰਿਵਾਰ ਹੈ ਜੀ, ਮੇਰਾ ਵਪਾਰ ਹੈ ਜੀ। ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨਾ ਸੂਝੈ। ਲੋਚਨ ਮੈਨੇ ਅੱਖਾਂ ਦਿਖਣਾ, ਕਛੂ ਨਾ ਸੂਝੈ, ਅੱਖਾਂ ਤੋਂ ਤੇ ਰੋਸ਼ਨੀ ਬੰਦ ਹੋ ਜਾਂਦੀ, ਦੇਖਣਾ ਬੰਦ ਹੋ ਜਾਂਦਾ, ਪਰ ਅਜੇ ਵੀ ਕੀ ਕਰਦਾ। ਸਾਧ ਮੈਂ ਬੇਨਤੀ ਕਰਦੇ ਸਾਧ ਸੰਗਤ ਜੀ ਕਿ ਮਰਨਾ ਕੋਈ ਨਹੀਂ ਚਾਹੁੰਦਾ ਨਾ, ਕਿਸੇ ਉਮਰ 'ਚ ਜਿਹਨੂੰ ਮਰਜ਼ੀ ਪੁੱਛ ਲਓ, ਕੋਈ ਨਹੀਂ ਮਰਨਾ ਚਾਹੁੰਦਾ। ਕਿਸੇ 100 ਸਾਲ ਵਾਲੇ ਨੂੰ ਪੁੱਛ ਲਓ, 100+ ਵਾਲੇ ਨੂੰ ਪੁੱਛ ਲਓ। ਕਈ ਵਾਰ ਤੇ ਐਸਾ ਹੁੰਦਾ ਹੈ ਕਿ ਬੰਦੇ ਦਾ ਸਰੀਰ ਵੀ ਜਿਹੜਾ ਜਵਾਬ ਦੇ ਜਾਂਦਾ, ਪਰ ਬੰਦਾ ਮਰਨਾ
ਫਿਰ ਵੀ ਨਹੀਂ ਚਾਹੁੰਦਾ। ਇਹੀ ਗੱਲ ਕਹੀਏ ਇੱਥੇ ਤੇ ਭਗਤ ਜੀ ਨੇ ਕਿਹਾ ਲਾਲਚ ਕਰੈ ਜੀਵਨ ਪਦ ਕਰ, ਹੋਰ ਜਿਉਣਾ ਲੋਚਦਾ ਹੈ। ਕਹਿੰਦਾ ਮੈਂ ਜੀ ਹੋਰ ਜਿਉਂਦਾ ਹੀ ਰਵਾਂ, ਲੋਚਨ ਕਛੂ ਜੇ, ਭਾਵੇਂ ਅੱਖਾਂ ਚੋਂ ਦਿਸਣਾ ਬੰਦ ਹੋ ਜਾਏ ਪਰ ਮਰਨ ਤੇ ਦਿਲ ਨਹੀਂ ਕਰਦਾ, ਕਹਿੰਦਾ ਹੋਰ ਜੀਣਾ। ਥਾਕਾ ਤੇਜ, ਫਿਰ ਇਹਦਾ ਜਿਹੜਾ ਜੋਸ਼ ਸੀਗਾ ਨਾ ਤੇਜ, ਉਹ ਵੀ ਖਤਮ ਹੋ ਗਿਆ। ਥਾਕਾ ਤੇਜ, ਥੱਕ ਗਿਆ, ਖਤਮ ਹੋ ਗਿਆ। ਉੱਡਿਆ, ਕੀ ਉੱਡਿਆ? ਮਨ ਪੰਖੀ, ਉਹ ਜਿਹੜਾ ਮਨ ਪੰਖੀ ਸੀ ਨਾ, ਪੰਖੇਰੂ ਜੀਵਾਤਮਾ ਉੱਡ ਗਈ, ਨਿਕਲ ਗਈ, ਭਾਵ ਰਾਮ ਨਾਮ ਸੱਤ ਹੋ ਗਿਆ। ਥਾਕਾ ਤੇਜ ਉੱਡਿਆ ਮਨ ਪੰਖੀ, ਘਰ ਆਂਗਨ ਨਾ ਸੁਕਾਈ, ਆਂਗਨ ਉਹਨਾਂ ਦੇ ਵਿਹੜਾ, ਹੁਣ ਤੇ ਘਰ ਦੇ ਵਿਹੜੇ 'ਚ ਪਿਆ ਵੀ ਚੰਗਾ ਨਹੀਂ ਲੱਗਦਾ। ਉਹੀ ਬੰਦਾ ਜਿਹੜਾ ਮਾਣ ਕਰਦਾ ਸੀ, ਦੇਖੋ ਜੀ ਮੇਰੀ ਕੋਠੀ ਦੇਖੋ, ਉਹ ਕੋਠੀ ਤੇ ਉਹੀ ਹੈ, ਪਰ ਬੰਦਿਆ ਤੂੰ ਉਹ ਨਹੀਂ ਰਿਹਾ, ਤੂੰ ਬਣ ਗਿਆ ਮੁਰਦਾ। ਜਿਸ ਕੋਠੀ ਤੇ ਤੂੰ ਅਧਿਕਾਰ ਜਮਾਇਆ ਸੀ, ਅੱਜ ਉਹਦਾ ਅਧਿਕਾਰੀ ਕੋਈ ਹੋਰ ਹੋ ਗਿਆ। ਤੇ ਸਾਰੇ ਕਹਿੰਦੇ ਨੇ ਜੀ ਵੀ ਹੁਣ ਕਿੰਨੇ ਵਜੇ ਇਹਨੂੰ ਉਠਾਉਣਾ ਜੀ, ਕਿੰਨੇ ਵਜੇ ਸੰਸਕਾਰ ਕਰਨਾ ਜੀ, ਸਾਰੇ ਪੁੱਛਣਾ ਸ਼ੁਰੂ ਕਰ ਦਿੰਦੇ ਨੇ। ਤੇ ਚਾਹੇ ਘਰ ਦੇ ਹੋਣ, ਚਾਹੇ ਬਾਹਰ ਦੇ ਹੋਣ, ਰਿਸ਼ਤੇਦਾਰ ਹੋਣ, ਸਭ ਤੋਂ ਪਹਿਲਾ ਸਵਾਲ ਇਹ ਹੋਏਗਾ, ਓਹ ਹੋ ਜੀ ਚੰਗਾ ਨਹੀਂ ਹੋਇਆ, ਹਾਂਜੀ ਹੁਣ ਕਿੰਨੇ ਵਜੇ ਲਿਜਾਣਾ? ਚੰਗਾ ਨਹੀਂ ਹੁਣ ਦੱਸੋ ਵੀ ਅਗਲਾ ਕੰਮ ਕਰ ਲਈਏ ਨਾਲ ਹੀ, ਕਿੰਨੇ ਵਜੇ ਲਿਜਾਣਾ? ਤੇ ਇਸ ਕਰਕੇ ਕਹਿੰਦੇ ਨੇ ਘਰ ਆਂਗਣ, ਫਿਰ ਘਰ 'ਚ ਪਏ ਮੁਰਦਾ ਵੀ ਚੰਗਾ ਨਹੀਂ ਲੱਗਦਾ। ਬੇਣੀ ਕਹੈ ਸੁਨੋ ਰੇ ਭਗਤੋ, ਬੇਣੀ ਜੀ ਕਹਿੰਦੇ ਨੇ ਉਹ ਭਗਤੋ ਸੁਣ ਲਓ, ਮਰਨ ਮੁਕਤ ਕਿਨ ਪਾਈ। ਇੱਕ ਗੱਲ ਮੇਰੀ ਯਾਦ ਰੱਖੋ, ਭਗਤ ਬੇਣੀ ਜੀ ਕਹਿੰਦੇ ਨੇ ਮਰਨ ਮੁਕਤ ਪਾਈ, ਮਰਨ ਤੋਂ ਬਾਅਦ ਕਿਸੇ ਨੇ ਮੁਕਤੀ ਨਹੀਂ ਪਾਈ। ਜੇ ਮੁਕਤੀ ਪਾਣੀ ਤਾਂ ਹੁਣ ਪਾਓ। ਜੀਵਨ ਮੁਕਤ ਸੁਆਖੀਐ ਮਰ ਜੀਵੇ ਮਰੀਆ, ਜੇ ਤੂੰ ਮੁਕਤੀ ਪਾਣੀ ਹੈ ਭਲਿਆ ਤੇ ਹੁਣ ਪਾ, ਮਰਨ ਤੋਂ ਬਾਅਦ ਕੋਈ ਮੁਕਤੀ ਨਹੀਂ ਹੈ। ਖੈਰ ਹੁਣ ਸਮਾਂ ਹੋ ਗਿਆ, ਮੈਂ ਇਹ ਦੱਸਾਂ ਕਿ ਮਰਨ ਤੋਂ ਬਾਅਦ ਮੁਕਤੀ ਕਿਵੇਂ ਨਹੀਂ ਤੇ ਲੋਕੀ ਕੀ ਸਮਝਦੇ ਨੇ, ਉਹ ਥੋੜਾ ਵਿਸ਼ਾ ਲੰਬਾ ਹੋ ਜਾਂਦਾ ਹੈ। ਮੈਂ ਤੇ ਇੰਨੀ ਬੇਨਤੀ ਕਰ ਰਿਹਾ ਕਿ ਇਹ ਆਪਣਾ ਜਿਹੜਾ ਅੱਜ ਦਾ ਇਹ ਸੀਗਾ ਸਿਰਲੇਖ, ਉਹ ਹੈ ਹੀਰੇ ਜੈਸਾ ਜਨਮ। ਦੇਖੋ ਜਨਮ ਸਾਨੂੰ ਹੀਰੇ 'ਚ ਮਿਲਿਆ, ਕੋਈ ਸ਼ੱਕ ਨਹੀਂ, ਪਰ ਸਾਡਾ ਐਂਡ ਰਿਜ਼ਲਟ ਕੀ ਹੈ ਇਹ ਦੇਖਣ ਦੀ ਲੋੜ ਹੈ। ਕਿਤੇ ਐਸਾ ਨਾ ਹੋਵੇ ਕਿ ਰਹਿਣ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ। ਗੁਰੂ ਨਾਨਕ ਪਾਤਸ਼ਾਹ ਜੀ ਦਾ ਰਾਗ ਗੌੜੀ ਬੈਰਾਗਣ ਮਹਿਲਾ ਪਹਿਲਾ, ਰਹਿਣ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ। ਅਸਾਂ ਸਾਰਿਆਂ ਨੇ ਸੋਚਣਾ ਕਿਤੇ ਏਦਾਂ ਤਾਂ ਨਹੀਂ ਚੱਲ ਰਿਹਾ ਕਿ ਹੀਰੇ ਜੈਸਾ ਜਨਮ ਹੈ, ਜਨਮ ਤੇ ਹੀਰੇ ਵਰਗਾ ਸੀ, ਪਰ ਐਂਡ ਰਿਜ਼ਲਟ ਕੀ ਹੈ? ਕਹਿੰਦੇ ਆਲ ਇਜ਼ ਵੈਲ ਦੈਟ ਐਂਡਸ ਵੈਲ। ਜੇ ਤੇ ਐਂਡ ਵਿੱਚ ਹੀਰਾ ਹੈ ਫਿਰ ਤੇ ਤੇਰਾ ਜਨਮ ਸਫਲ ਹੈ, ਤੇ ਜੇ ਐਂਡ ਵਿੱਚ ਤੂੰ ਬਣ ਗਿਆ ਕੌਡੀ ਬਦਲੇ ਜਾਏ ਤੇ ਫਿਰ ਤੇ ਭਲਿਆ ਪਛਤਾਣਾ ਹੀ ਹੈ। ਤੂੰ ਇਸ ਮਨੁੱਖਾ ਜਨਮ ਆ ਕੇ ਕੀ ਲਿਆ? ਨਾ ਹੀ ਆਉਂਦਾ ਤਾਂ ਠੀਕ ਸੀ। ਸਤਿਗੁਰੂ ਜੀ ਕਿਰਪਾ ਕਰੋ, ਸੱਚੇ ਪਾਤਸ਼ਾਹ ਬਖਸ਼ਿਸ਼ ਕਰੋ, ਅਸੀਂ ਆਪਣੇ ਇਸ ਜਿਹੜਾ ਤੁਸੀਂ ਹੀਰਾ ਬਖਸ਼ਿਆ, ਇਸ ਹੀਰੇ ਨੂੰ ਸਾਂਭ ਕੇ ਰੱਖੀਏ ਤਾਂ ਜੋ ਸਾਡਾ ਲੋਕ ਸੁਖੀ ਪਰ ਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਬੇਲੇ, ਭੁੱਲਾਂ ਦੀ ਖਿਮਾ, ਫਤਿਹ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।